ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ, ਕੈਨੇਡਾ ਦੀਆਂ 8-10 ਗੱਲਾਂ ਬਾਤਾਂ, 8-10 ਮਾਮਲੇ ਤੁਹਾਡੇ ਨਾਲ ਸਾਂਝੇ ਕਰਨ ਲਈ, ਉਹਦੇ ਉੱਤੇ ਚਰਚਾ ਕਰਨ ਲਈ, ਤਾਂ ਕਿ ਅੱਜ ਪਤਾ ਲੱਗ ਸਕੇ ਕਿ ਸਾਰਾ ਦਿਨ ਕੈਨੇਡਾ ਦੇ ਵਿੱਚ ਕੀ ਹੋਇਆ, ਕਿਹੜੇ-ਕਿਹੜੇ ਮੁੱਖ ਮਸਲੇ ਸੀ ਵੱਖ-ਵੱਖ ਪ੍ਰੋਵਿੰਸਸ ਦੇ ਜਿਹੜੇ ਅੱਜ ਜਿਨ੍ਹਾਂ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਅੱਜ ਇੱਕ ਤੁਹਾਡੇ ਨਾਲ ਖਬਰ ਸਾਂਝੀ ਕਰਨੀ ਹੈ। ਕੈਨੇਡਾ ਦੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਗਲਤ ਹਰਕਤਾਂ ਹੁੰਦੀਆਂ, ਇੱਕ ਮਾਮਲਾ ਸਾਹਮਣੇ ਆਇਆ। ਹੋਰ ਜਾਂਚ ਦੀ ਮੰਗ ਕੀਤੀ ਜਾ ਰਹੀ, ਕਿੱਥੇ ਦਾ ਮਾਮਲਾ ਇਹ ਤੁਹਾਡੇ ਨਾਲ ਸਾਂਝਾ ਕਰਾਂਗੇ। ਬੈਂਕ ਆਫ ਕੈਨੇਡਾ ਫੇਰ ਵਿਆਜ ਦਰਾਂ ਵਧਾਊਗੀ, ਅਜੇ ਥੋੜ੍ਹੇ ਦਿਨ ਪਹਿਲਾਂ ਵਧਾ ਕੇ ਹਟਿਆ ਅਤੇ ਦਸੰਬਰ ਦੇ ਵਿੱਚ ਅਗਲੀ ਮੀਟਿੰਗ ਆ। ਇਹ ਕੀ ਮਾਮਲਾ ਫੇਰ ਆ ਗਿਆ, ਇਹ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਆ। ਵੈਨਕੂਵਰ ਦੇ ਵਿੱਚ ਘਰਾਂ ਦੀ ਸੇਲ ਦੇ ਵਿੱਚ ਵੱਡੀ ਕਮੀ ਆ ਗਈ ਆ। ਘਰ ਵਿਕ ਨਹੀਂ ਰਹੇ, ਖੜ ਗਿਆ, ਰੁਕ ਗਿਆ। ਕੱਲ੍ਹ ਵੀ ਆਪਾਂ ਪਰਸੋਂ ਵੀ 2 ਦਿਨ ਹੋ ਗਏ ਲਗਾਤਾਰ ਇਸੇ ਗੱਲਬਾਤ ਨੂੰ ਕਰਦੇ, ਅੱਜ ਵੀ ਉਹਦੇ ਬਾਰੇ ਚਰਚਾ ਚੱਲਦੀ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਨਵਾਂ ਮਾਡਲ ਡਾਕਟਰਸ ਦੇ ਲੈ ਕੇ ਆਇਆ, ਕੀ ਉਹਦੇ ਨਾਲ ਮਰੀਜ਼ਾਂ ਨੂੰ ਡਾਕਟਰ ਮਿਲ ਜਾਣਗੇ ਜਾਂ ਸਿਰਫ ਡਾਕਟਰ ਨੂੰ ਜ਼ਿਆਦਾ ਪੈਸੇ ਮਿਲਣਗੇ? ਹੁਣ ਇਹ ਮਾਮਲਾ ਚਰਚਾ ਦੇ ਵਿੱਚ ਆ। ਕੈਲਗਰੀ ਦੇ ਵਿੱਚ ਜਿਹੜੇ ਬੀਅਰ ਨੇ ਉਹ ਘੁੰਮਦੇ ਨੇ ਅਤੇ ਉਹ ਵੱਡੀ ਸਮੱਸਿਆ ਬਣੀ ਆ। ਜਿਹੜੇ ਗਾਰਬੇਜ ਬਿਨ ਹੁੰਦੇ ਉਹਨਾਂ ਦੇ ਨੇੜੇ ਕੁਝ ਘਰਾਂ ਦੇ ਵਿੱਚ ਆ ਰਹੇ ਆ। ਇਹ ਮਾਮਲਾ ਤੁਹਾਡੇ ਨਾਲ ਸਾਂਝਾ ਕਰਨਾ। ਵਿਨੀਪੈਗ ਦੇ ਵਿੱਚ ਹੈਲੋਵੀਨ ਦੇ ਉੱਤੇ ਬੱਚਿਆਂ ਨੂੰ ਜਿਹੜੀਆਂ ਭੰਗ ਵਾਲੀਆਂ ਕੈਂਡੀਆਂ ਦੇ ਦਿੱਤੀਆਂ ਲੋਕਾਂ ਨੇ, ਜਾਣ ਕੇ ਦਿੱਤੀਆਂ। ਕੀ ਮਾਮਲਾ ਸੀ, ਕੀ ਇਹਦੇ ਪਿੱਛੇ ਮਕਸਦ ਸੀ? ਅਰੈਸਟ ਵੀ ਹੋਈ ਆ ਅੱਜ। ਪੁਲਿਸ ਨੇ ਜਿਹੜੀ ਪ੍ਰੈਸ ਕਾਨਫਰੰਸ ਵੀ ਕੀਤੀ ਆ। ਟੋਰਾਂਟੋ ਦੇ ਵਿੱਚ ਇੱਕ ਬਜ਼ੁਰਗ ਡਰਾਈਵਰ ਦੀ ਸਮੱਸਿਆ, ਉਹ ਕਾਰ ਰੈਂਟ ਕਰਨ ਗਈ ਬੀਬੀ ਅਤੇ ਉਹਨਾਂ ਨੇ ਕਾਰ ਨਹੀਂ ਦਿੱਤੀ। ਕਹਿੰਦੇ ਤੁਹਾਡੀ ਉਮਰ 80 ਸਾਲ ਤੋਂ ਉੱਤੇ ਆ। ਉਹ ਕਹਿ ਰਹੀ ਵੀ ਮੈਂ ਡਰਾਈਵਿੰਗ ਕਰਦੀ ਹਾਂ, ਮੈਂ ਲਾਇਸੈਂਸ ਆ ਮੇਰੇ ਕੋਲ, ਮੈਂ ਰੋਜ਼ ਚਲਾਉਂਦੀ ਹਾਂ, ਤੁਸੀਂ ਮੈਨੂੰ ਨਾ ਕਿੱਦਾਂ ਕਰ ਸਕਦੇ ਆ? ਟੋਰਾਂਟੋ ਦੇ ਵਿੱਚ ਸੀਜ਼ਨਲ ਵਰਕਰਾਂ ਦੀ ਕਮੀ ਹੈ। ਕ੍ਰਿਸਮਸ ਆ ਰਹੀ ਹੈ ਅੱਗੇ, ਬਹੁਤ ਸਾਰੇ ਵਰਕਰ ਚਾਹੀਦੇ ਹੁੰਦੇ, ਹੈ ਨਹੀਂ ਗੇ। ਕੀ ਬਣੂਗਾ? ਇਹ ਮੁੱਦਾ ਤੁਹਾਡੇ ਨਾਲ ਸਾਂਝਾ ਕਰਨਾ। ਅਤੇ ਬ੍ਰਾਜ਼ੀਲ ਦੀ ਰਾਜਨੀਤੀ ਦਾ ਦੁਨੀਆ ਦੇ ਉੱਤੇ ਕੀ ਅਸਰ ਪੈ ਰਿਹਾ ਨਵੇਂ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ, ਇਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਭ ਤੋਂ ਪਹਿਲੀ ਗੱਲਬਾਤ, ਇੱਕ ਜਿਹੜੀ ਕੈਨੇਡੀਅਨ ਸੈਂਟਰ ਫॉर ਚਾਈਲਡ ਪ੍ਰੋਟੈਕਸ਼ਨ ਆ, ਉਹਦੀ ਇੱਕ ਰਿਪੋਰਟ ਆਈ ਆ। ਉਹਦੇ ਕੁਛ ਅੰਕੜੇ ਸਾਹਮਣੇ ਆਏ ਆ। ਮਾਮਲਾ ਕੀ ਆ ਕਿ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਆ ਜਾਂ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਮੁਲਾਜ਼ਮ ਆ, ਕੋਈ ਵੀ ਹੋ ਸਕਦਾ ਉੱਥੇ, ਉਹਨਾਂ ਨੇ ਗਲਤ ਹਰਕਤਾਂ ਕੀਤੀਆਂ, ਸੈਕਸੁਅਲ ਨੇਚਰ ਦੀਆਂ ਕੁਛ ਹਰਕਤਾਂ 548 ਬੱਚਿਆਂ ਦੇ ਨਾਲ ਪਿਛਲੇ 5 ਸਾਲਾਂ ਦੇ ਵਿੱਚ। ਸਕੂਲਾਂ ਦੇ ਵਿੱਚੋਂ ਇਹ ਅੰਕੜੇ ਸਾਹਮਣੇ ਆਏ ਆ। 38 ਜਿਹੜੇ ਹੋਰ ਲੋਕ ਸੀਗੇ, ਪਰਸੋਨਲ ਸੀਗੇ ਇਹਨਾਂ ਸਕੂਲਾਂ ਦੇ, ਉਹ ਟੀਚਰ ਵੀ ਹੋ ਸਕਦੇ, ਡਰਾਈਵਰ ਵੀ ਹੋ ਸਕਦੇ, ਕੋਚ ਵੀ ਹੋ ਸਕਦੇ, ਕੇਅਰ ਟੇਕਰ ਵੀ ਹੋ ਸਕਦੇ ਆ। 38 ਜਣਿਆਂ ਨੂੰ ਚਾਰਜ ਕੀਤਾ ਚਾਈਲਡ ਪੋਰਨੋਗ੍ਰਾਫੀ ਦੇ ਲਈ। ਜਿਹੜੀਆਂ ਉਹ ਗੰਦੀਆਂ ਫਿਲਮਾਂ ਹੁੰਦੀਆਂ, ਉਸ ਕਿਸਮ ਦੇ ਮਾਮਲਿਆਂ ਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ 2017 ਤੋਂ ਲੈ ਕੇ 2021 ਤੱਕ। ਸਟੂਡੈਂਟ ਅਤੇ ਟੀਚਰ ਦਾ ਰਿਲੇਸ਼ਨ ਬਹੁਤ ਪਵਿੱਤਰ ਰਿਲੇਸ਼ਨ ਮੰਨਿਆ ਜਾਂਦਾ। ਦੁਨੀਆ ਦੇ ਹਰ ਹਿੱਸੇ ਦੇ ਵਿੱਚ ਇੱਕ ਯਕੀਨ ਹੁੰਦਾ, ਜਿਸ ਯਕੀਨ ਦੇ ਨਾਲ ਆਪਣੇ ਜਿਹੜੇ ਮਾਪੇ ਨੇ ਉਹ ਬੱਚੇ ਨੂੰ ਕਿਸੇ ਟੀਚਰ ਦੇ ਕੋਲ ਭੇਜਦੇ ਨੇ, ਇਸ ਯਕੀਨ ਦੇ ਉੱਤੇ ਵੀ ਉਹਨੂੰ ਸਹੀ ਗਾਈਡ ਕਰੂਗਾ, ਇਹਨੂੰ ਸਹੀ ਪਾਸੇ ਭੇਜੂਗਾ। ਅਤੇ ਕੈਨੇਡਾ ਵਰਗੇ ਦੇਸ਼ ਦੇ ਵਿੱਚ ਤਾਂ ਇਸ ਗੱਲ ਦੀ ਖਾਸ ਤੌਰ 'ਤੇ ਤਵੱਕੋ ਵੀ ਕੀਤੀ ਜਾਂਦੀ ਕਿ ਇਸੇ ਤਰ੍ਹਾਂ ਵਾਪਰੇ, ਇਸੇ ਤਰ੍ਹਾਂ ਹੀ ਵਾਪਰਦਾ। ਪਰ ਕੁਛ ਹਾਲਤਾਂ ਦੇ ਵਿੱਚ ਇਹ ਗੜਬੜ ਹੋ ਰਹੀ ਆ। ਕੁਛ ਟੀਚਰ ਗਲਤ ਗੱਲਾਂ ਸਟੂਡੈਂਟਸ ਦੇ ਨਾਲ ਕਰ ਰਹੇ ਆ। ਮੇਲ ਟੀਚਰ ਨੇ ਬਹੁਤੇ, ਦੂਜੇ ਪਾਸੇ ਕੁੜੀਆਂ ਨੇ। ਇਹ ਬੱਚਿਆਂ ਦੇ ਨਾਲ ਜੋ ਕੁਛ ਹੋ ਰਿਹਾ, ਇਹ ਗੱਲ ਹੁਣ ਸਮਝ ਨਹੀਂ ਆ ਰਹੀ ਵੀ ਕਿੰਨਾ ਕੁ ਹੋ ਰਿਹਾ ਅਤੇ ਇਹਦੀ ਜਿਹੜੀ ਗੰਭੀਰਤਾ ਉਹ ਕਿੰਨੀ ਕੁ ਜ਼ਿਆਦਾ ਆ। ਜਿਹੜੀ ਇੱਕ ਵਿਨੀਪੈਗ ਬੇਸਡ ਐਜੂਕੇਸ਼ਨ ਸੈਂਟਰ ਆ, ਉਹਨਾਂ ਦੀ ਡਾਇਰੈਕਟਰ ਆ, ਉਹਨੇ ਇਹ ਮਾਮਲਾ ਸਾਹਮਣੇ ਲਿਆਂਦਾ ਵੀ ਪਿਛਲੇ ਸਮਿਆਂ ਦੇ ਵਿੱਚ ਦੇਖੋ ਤੁਸੀਂ ਹੋ ਕੀ ਰਿਹਾ ਕੈਨੇਡਾ ਦੇ ਪੂਰੇ ਕੈਨੇਡਾ ਵਾਈਡ ਜਿਹੜੇ ਸਕੂਲਾਂ ਦੇ ਵਿੱਚ ਆ। ਜਿਹੜੀ ਇੱਕ ਮਤਲਬ ਸੈਕਸੁਅਲ ਅਫੈਂਡਿੰਗ ਆ, ਉਹਦੀ ਇੱਕ ਉਹ ਕਹਿੰਦੇ ਵੀ ਇਹ ਛੋਟੀ ਜਿਹੀ ਤਸਵੀਰ ਆ ਜਿਹੜੀ ਤੁਹਾਨੂੰ ਦੱਸ ਰਹੇ ਆ ਕਿ ਬਹੁਤ ਕੁਛ ਇੱਥੇ ਹੋ ਰਿਹਾ ਆ। ਪਰ ਜਿੱਦਾਂ ਬਹੁਤ ਵੱਡਾ ਕੋਈ ਜਿਹੜਾ ਚੀਜ਼ ਆ, ਉਹਦਾ ਛੋਟਾ ਜਿਹਾ ਪਾਰਟ ਤੁਹਾਡੇ ਸਾਹਮਣੇ ਆਇਆ ਵੀ ਝਲਕ ਆ ਇੱਕ। ਅਸਲ ਦੇ ਵਿੱਚ ਹੋਰ ਜਿਹੜੇ ਰੈਕਡ ਸਰਚ ਕੀਤੇ ਜਾਣੇ ਚਾਹੀਦੇ ਆ, ਹੋਰ ਦੇਖੇ ਜਾਣੇ ਚਾਹੀਦੇ ਆ, ਅਤੇ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ। ਜਿਹੜੇ ਲੋਕ ਸਕੂਲਾਂ ਦੇ ਵਿੱਚ ਕੰਮਕਾਰ ਕਰਦੇ, ਜਿਨ੍ਹਾਂ ਦੇ ਵਿੱਚ ਟੀਚਰ ਆ, ਐਡਮਿਨਿਸਟ੍ਰੇਟਰ ਆ, ਬੱਸ ਡਰਾਈਵਰ ਆ ਅਤੇ ਕਸਟਡੀਅਲ ਸਟਾਫ ਆ, ਇਹ ਸਾਰੇ ਸਟਾਫ ਨੇ ਇਹ ਹਰਕਤਾਂ ਕੀਤੀਆਂ 5 ਸਾਲਾਂ ਦੇ ਵਿੱਚ। ਇੰਨੇ ਜਣਿਆਂ ਨੇ ਹੁਣ ਕਿਉਂਕਿ ਐਜੂਕੇਸ਼ਨ ਜਿਹੜਾ ਡਿਪਾਰਟਮੈਂਟ ਆ, ਇਹ ਪ੍ਰੋਵਿੰਸ ਦੇ ਅੰਡਰ ਫਾਲ ਕਰਦਾ ਜਾਂ ਜਿਹੜੀਆਂ ਟੈਰੀਟੋਰੀਅਲ ਜੂਰਿਸਡਿਕਸ਼ਨਸ ਨੇ ਉਹਨਾਂ ਦੇ ਵਿੱਚ ਫਾਲ ਕਰਦਾ। ਇਹਦੇ ਵਿੱਚ ਫੈਡਰਲ ਸਰਕਾਰ ਦਾ ਕੋਈ ਬਹੁਤਾ ਰੌਲਾ ਰੱਪਾ ਨਹੀਂ ਹੁੰਦਾ। ਹੁਣ ਫੈਡਰਲ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਆ ਤਾਂ ਘੱਟੋ ਘੱਟ ਸਾਰੇ ਪ੍ਰੋਵਿੰਸਸ ਦੇ ਪਾਲਿਸੀਆਂ ਵੱਖਰੀਆਂ ਵੱਖਰੀਆਂ ਆ, ਜਾਂ ਇਹ ਜਿਹੜੀਆਂ ਬਾਡੀਜ਼ ਨੇ ਇਹ ਰਿਸਪੋਂਸੀਬਲ ਨੇ ਇਹਦੇ ਸਕੂਲ ਦੇ ਵਿੱਚ ਡਿਸਿਪਲਿਨ ਦੇ ਲਈ ਕਿ ਕਿਸ ਤਰ੍ਹਾਂ ਮੁਲਾਜ਼ਮਾਂ ਦਾ ਡਿਸਿਪਲਿਨ ਕਰਨਾ ਆ, ਕਿੰਨੇ ਉਹਨਾਂ ਦੇ ਕੋਲ ਕੇਸ ਆ ਰਹੇ ਆ, ਕਿੰਨੇ ਹੱਲ ਕੀਤੇ ਗਏ ਆ, ਅਤੇ ਕੀ ਉਹਦੇ ਵਿੱਚ ਹੋਇਆ, ਉਹ ਪਬਲਿਕ ਨਹੀਂ ਆ। ਉਹ ਜਾਣਕਾਰੀ ਪਬਲਿਕ ਨਹੀਂ ਆ ਕਿ ਤੁਸੀਂ ਜੇ ਕਿਸੇ ਵਿਅਕਤੀ ਨੇ ਕੋਈ ਇਸ ਤਰ੍ਹਾਂ ਦਾ ਗਲਤ ਹਰਕਤ ਵਾਲੀ ਗੱਲ ਬੱਚਿਆਂ ਦੇ ਨਾਲ ਟੀਚਰ ਨੇ ਕੀਤੀ ਹੈ, ਚਾਹੇ ਉਹ ਬੱਸ ਡਰਾਈਵਰ, ਸਕੂਲ ਦਾ ਕੋਈ ਵੀ ਸਟਾਫ ਆ, ਜੇ ਉਹਨੇ ਕੀਤੀ ਤਾਂ ਕਿੰਨਿਆਂ ਨੇ ਕੀਤੀ ਆ, ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਗਈ ਹੈ। ਇਹ ਚੀਜ਼ ਪਬਲਿਕ ਨੂੰ ਪਤਾ ਲੱਗਣੀ ਚਾਹੀਦੀ ਹੈ, ਇਹਦੇ 'ਚ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਹੁਣ ਇੱਥੇ ਟੋਟਲ ਜਿਹੜੀ ਹੈ ਟਰਾਂਸਪੇਰੈਂਸੀ ਨਹੀਂ ਆ। ਇਹ ਮੁੱਦਾ ਇਸ ਵੇਲੇ ਉੱਠ ਰਿਹਾ ਕਿ ਘੱਟੋ ਘੱਟ ਇਹਨਾਂ ਬਾਰੇ ਸਾਹਮਣੇ ਆਉਣੀ ਚਾਹੀਦੀ ਗੱਲ ਵੀ ਜੇ
ਹੁਣ ਉਹਨਾਂ ਨੂੰ ਇਕੱਠਾ ਕਰके ਉਹਨਾਂ ਨੇ 5 ਸਾਲਾਂ ਦੇ ਵਿੱਚ ਜਿਹੜੀ ਇਹ ਰਿਪੋਰਟ ਦੱਸੀ ਆ ਕਿ 2017 ਤੋਂ ਲੈ ਕੇ 2021 ਤੱਕ ਜਿਹੜੇ 252 ਇਹ ਜਿਹੜੇ ਜਣਿਆਂ ਨੇ ਇਹ ਕੰਮ ਕੀਤਾ ਆ ਤੇ 38 ਨੂੰ ਕ੍ਰਿਮੀਨਲੀ ਚਾਰਜ ਵੀ ਕੀਤਾ ਗਿਆ ਆ। ਤੇ ਬਾਕੀ ਵੀ ਸਾਹਮਣੇ ਆਉਣੇ ਚਾਹੀਦੇ ਵੀ ਇਹ ਇੱਕ ਆਈਸਬਰਗ ਦੀ ਟਿਪ ਆ, ਬਹੁਤ ਛੋਟੀ ਜਿਹੀ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ। ਸਕੂਲਾਂ ਦੇ ਵਿੱਚ ਬਹੁਤ ਕੁਝ ਗਲਤ ਹੋ ਰਿਹਾ ਤੇ ਸਾਰੇ ਪ੍ਰੋਵਿੰਸਸ ਨੂੰ ਇਹਦੇ ਉੱਤੇ ਡਾਟਾ ਇਕੱਠਾ ਕਰਕੇ ਸਾਹਮਣੇ ਲਿਆਉਣਾ ਚਾਹੀਦਾ ਤਾਂ ਕਿ ਪਤਾ ਲੱਗ ਸਕੇ ਕਿ ਸਕੂਲਾਂ ਦੇ ਵਿੱਚ ਅਸਲ ਦੇ ਵਿੱਚ ਵਾਪਰ ਕੀ ਰਿਹਾ। 100 ਦੇ ਵਿੱਚੋਂ ਜਿਹੜੀਆਂ 71 ਕੁੜੀਆਂ ਜਿਹੜੀਆਂ ਸੀਗੀਆਂ ਕੁੜੀਆਂ ਆ ਇਸ ਮਾਮਲੇ ਦੇ ਵਿੱਚ 71%, 29% ਬॉयਜ਼ ਆ ਜਿਨ੍ਹਾਂ ਦੇ ਨਾਲ ਗਲਤ ਚੀਜ਼ਾਂ ਹੋਈਆਂ। ਹੁਣ ਦੂਜੀ ਗੱਲ ਇਹ ਆ ਕਿ ਬਹੁਤੇ ਜਿਹੜੇ ਇਹਨਾਂ ਦੇ ਕੋਚਿਸ ਨੇ ਜਿਹੜੇ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਇਨਵੋਲਵ ਨੇ, ਕੋਚਿਸ ਦੇ ਨਾਂ ਵੀ ਇਹਦੇ ਵਿੱਚ ਨੇ। ਹੁਣ ਜਿਹੜਾ ਬੱਚੇ ਦੀ ਐਕਸਪਲੋਇਟੇਸ਼ਨ ਰੁਕ ਸਕੇ ਸਕੂਲ ਦੇ ਵਿੱਚ ਵੀ ਘੱਟੋ ਘੱਟ ਇਹ ਗਰੁੱਪ ਇੱਕ ਮੰਗ ਕਰ ਰਹੇ ਆ ਕਿ ਨੈਸ਼ਨਲ ਜਾਂ ਪ੍ਰੋਵਿੰਸ਼ੀਅਲ ਇੰਡੀਪੈਂਡੈਂਟ ਬਾਡੀ ਦੀ ਐਸਟੈਬਲਿਸ਼ਮੈਂਟ ਹੋਣੀ ਚਾਹੀਦੀ ਹੈ ਜਿਹੜੀ ਇਨਵੈਸਟੀਗੇਟ ਕਰੇ ਕਿ ਟੀਚਰ ਤੇ ਸਟੂਡੈਂਟ ਦੇ ਵਿੱਚ ਸੈਕਸੁਅਲ ਐਕਸਪਲੋਇਟੇਸ਼ਨ ਦੀ ਅਸਲ ਹਾਲਤ ਹੈ ਕੀ, ਕਿੰਨੇ ਟੀਚਰਾਂ ਨੇ ਕਿੰਨੇ ਬੱਚਿਆਂ ਦੇ ਨਾਲ ਕੈਨੇਡਾ ਦੇ ਵਿੱਚ ਗਲਤ ਹਰਕਤਾਂ ਕੀਤੀਆਂ। ਇੱਕ ਬਾਡੀ ਇਹ ਚੀਜ਼ ਤੇ ਸਾਹਮਣੇ ਲਿਆਵੇ, ਘੱਟੋ ਘੱਟ ਇਹਦਾ ਪਤਾ ਤਾਂ ਲੱਗੇ। ਇਹ ਵੀ ਚਾਹ ਰਿਹਾ ਕਿ ਇੱਕ ਨੈਸ਼ਨਲ ਇਨਕੁਆਇਰੀ ਕੀਤੀ ਜਾਵੇ ਇਹਨਾਂ ਬੱਚਿਆਂ ਦੇ ਅਬਿਊਜ਼ ਦੇ ਉੱਤੇ ਸਕੂਲਾਂ ਦੇ ਵਿੱਚ ਜੋ ਕੁਛ ਇਸ ਵੇਲੇ ਹੋ ਰਿਹਾ ਆ। 167 ਸਕੂਲਾਂ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਕ੍ਰਿਮੀਨਲ ਚਾਰਜ ਲੱਗੇ ਆ ਪਿਛਲੇ 5 ਸਾਲਾਂ ਦੇ ਵਿੱਚ। ਜਿਹੜੇ ਮੇਨ ਉਹਦੇ ਵਿੱਚ ਚੀਜ਼ ਹੈ ਸੈਕਸੁਅਲ ਅਸੌਲਟ ਦੀ ਹੈ ਜਾਂ ਸੈਕਸੁਅਲ ਇੰਟਰਫੀਰੈਂਸ ਆ ਜਾਂ ਸੈਕਸੁਅਲ ਐਕਸਪਲੋਇਟੇਸ਼ਨ ਆ। ਸੋ ਜਿਣਸੀ ਤੌਰ ਦੇ ਉੱਤੇ ਉਹਨਾਂ ਨੂੰ ਕੋਈ ਨਾ ਕੋਈ ਗਲਤ ਹਰਕਤ ਕੀਤੀ ਜਾ ਰਹੀ ਆ। ਦੂਜਾ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਓਫੈਂਡਰਸ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ 100 ਦੇ ਵਿੱਚੋਂ 74 ਵਾਰੀ ਉਹਨਾਂ ਦੇ ਕੋਚਿਸ ਨੇ ਤੇ ਉਹਨਾਂ ਦੇ ਵਿੱਚੋਂ ਵੀ ਗਾਂ ਜਿਹੜੇ 85% ਆ ਉਹ ਮੇਲ ਨੇ, ਮਤਲਬ ਆਦਮੀ ਨੇ ਜਿਹੜੇ ਕੁਛ ਕਰ ਰਹੇ ਆ। ਹੁਣ 58% ਜਿਹੜੇ ਅਫੈਂਸਿਸ ਨੇ ਉਹ ਸਕੂਲ ਦੀ ਪ੍ਰੋਪਰਟੀ ਦੇ ਉੱਤੇ ਹੋਏ ਆ, ਮਤਲਬ ਸਕੂਲ ਦੇ ਵਿੱਚ ਇਹ ਸਾਰਾ ਕੁਛ ਹੋਇਆ। ਮਤਲਬ ਜਿਹੜਾ ਇੱਕ ਟਰਸਟਡ ਅਡਲਟ ਆ, ਇੱਕ ਅਥਾਰਟੀ ਫਿਗਰ ਆ ਜਿਹਦੇ ਕੋਲ ਉਹਦੇ 'ਤੇ ਯਕੀਨ ਕਰਕੇ ਭੇਜਿਆ ਜਾਂਦਾ ਹੈ, ਔਰ ਉਹ ਜਦੋਂ ਉਹ ਬੱਚੇ ਦੇ ਨਾਲ ਇਹੋ ਜਿਹੀ ਹਰਕਤ ਕਰਦਾ ਹੈ, ਚਾਹੇ ਉਹਨੂੰ ਟੈਕਸਟ ਮੈਸੇਜ ਆ ਉਹਦਾ ਜਾਂ ਉਹਦੀ ਇਨਅਪਰੋਪਰੀਏਟ ਕਮੈਂਟ ਕਰ ਰਿਹਾ ਆ, ਚਾਹੇ ਉਹਨੂੰ ਟੱਚ ਕਰ ਰਿਹਾ, ਕੋਈ ਵੀ ਇਦਾਂ ਦੀ ਹਰਕਤ ਕਰ ਰਿਹਾ, ਤਾਂ ਉਹ ਜਿਹੜਾ ਬੱਚੇ ਦੇ ਮਨ ਦੇ ਉੱਤੇ ਡੈਮੇਜ ਹੋ ਰਿਹਾ, ਉਹਦਾ ਜਿਹੜਾ ਸਾਈਕੋਲੋਜੀਕਲ ਡੈਮੇਜ ਹੋ ਰਿਹਾ, ਉਹਦੇ ਮਨ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਉਹ ਸਾਰੀ ਉਮਰ ਨਹੀਂ ਉਹਦੇ ਉੱਤੋਂ ਜਾਂਦਾ। ਤੇ ਇਹ ਘੱਟੋ ਘੱਟ ਹੁਣ ਗੱਲ ਕੀਤੀ ਜਾ ਰਹੀ ਵੀ ਇਹਦੇ ਬਾਰੇ ਪਤਾ ਲੱਗੇ ਕੈਨੇਡਾ ਦੇ ਵਿੱਚ ਕੀ ਉਹਨਾਂ 'ਤੇ ਕਾਰਵਾਈ ਹੋਣੀ ਹੈ ਜਾਂ ਕੀ ਹੋਈ ਹੈ। ਬਾਅਦ ਦੀ ਗੱਲ ਪਹਿਲਾਂ ਅੰਕੜੇ ਸਾਹਮਣੇ ਆਉਣ ਅਸਲ ਦੇ ਵਿੱਚ ਕਿ ਸਾਰੇ ਪ੍ਰੋਵਿੰਸਸ ਜਾਂ ਜਿਹੜੀਆਂ ਟੈਰੀਟਰੀਜ਼ ਨੇ ਇਹ ਦੱਸਣ ਕਿ ਸਾਡੇ ਉੱਤੇ ਕੀ ਹੋ ਰਿਹਾ ਹੈ, ਕੌਣ ਇਹ ਗੱਲਾਂ ਕਰ ਰਿਹਾ। ਵੀ ਘੱਟੋ ਘੱਟ ਇਹਨਾਂ ਹੀ ਦੱਸ ਦਿਓ ਕਿ ਇਹਨਾਂ ਸਕੂਲਾਂ ਦੇ ਵਿੱਚ ਸਾਡੇ ਇਸ ਪ੍ਰੋਵਿੰਸ ਦੇ ਵਿੱਚ ਇੰਨੇ ਬੱਚਿਆਂ ਦੇ ਨਾਲ ਇੰਨੇ ਟੀਚਰਾਂ ਨੇ ਹਰਕਤਾਂ ਕੀਤੀਆਂ, ਉਹਨਾਂ ਦੇ ਵਿੱਚੋਂ ਆਹ ਸ਼ਿਕਾਇਤ ਆਈ, ਆਹ ਕਾਰਵਾਈ ਕੀਤੀ ਗਈ ਹੈ। ਇਹ ਘੱਟੋ ਘੱਟ ਇਹ ਤਾਂ ਉਹ ਆ ਨਾ ਜਿਹੜੀਆਂ ਸ਼ਿਕਾਇਤਾਂ ਆਈਆਂ ਹੋਣਗੀਆਂ। ਕਿੰਨੇ ਕੇਸ ਤਾਂ ਇਹੋ ਜਿਹੇ ਜਿਹਦੇ ਕੇਸ ਵਿੱਚ ਸ਼ਿਕਾਇਤ ਹੀ ਕੋਈ ਨਹੀਂ ਹੋਈ। ਤਸਵੀਰ ਦਾ ਦੂਜਾ ਪਾਸਾ ਤਾਂ ਹੋਰ ਵੀ ਜ਼ਿਆਦਾ ਡਰਾਉਣਾ ਆ। ਅੱਜ ਇਹ ਮੰਗ ਉੱਠੀ ਆ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਕੁਛ ਕੀਤਾ ਜਾਵੇ ਤੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਕਾਰਵਾਈ ਆ ਉਹ ਇਹਦੇ ਵਿੱਚ ਸਾਹਮਣੇ ਆਵੇ। ਤੇ ਘੱਟੋ ਘੱਟ ਤੇ ਜਿਹੜਾ ਬਹੁਤ ਪਵਿੱਤਰ ਰਿਸ਼ਤਾ ਆ, ਭਾਵੇਂ ਬਹੁਤ ਥੋੜੇ ਨੇ, ਬਹੁਤ ਥੋੜੀ ਜਿਹੀ ਗਿਣਤੀ ਹੈਗੀ, ਨਾ ਮਾਤਰ ਗਿਣਤੀ ਆ, ਪਰ ਜੇ ਕੋਈ ਇੱਕ ਵੀ ਹੈਗਾ ਤਾਂ ਉਹਦਾ ਨਾਂ ਸਾਹਮਣੇ ਜ਼ਰੂਰ ਆਉਣਾ ਚਾਹੀਦਾ। ਥੋੜ੍ਹੇ ਦਿਨ ਪਹਿਲਾਂ ਇੰਟਰਸਟ ਰੇਟ ਸਾਡੇ ਵਧੇ ਆ 0.5% ਤੇ ਹੁਣ ਦੱਸ ਰਹੇ ਆ ਕਿ ਹੋਰ ਅਗਲੇ ਜਿਹੜੇ ਦਸੰਬਰ ਦੇ ਵਿੱਚ ਮੀਟਿੰਗ ਆ ਬੈਂਕ ਆਫ ਕੈਨੇਡਾ ਦੀ, ਉਹਦੇ ਵਿੱਚ ਇੰਟਰਸਟ ਰੇਟ ਫੇਰ ਵਧਣਗੇ। ਕਾਫੀ ਜ਼ਿਆਦਾ ਆਲੋਚਨਾ ਹੋਈ ਸੀ। ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਦੇ ਉੱਤੇ ਕਾਫੀ ਸਾਰੇ ਇਲਜ਼ਾਮ ਜਿਹੜੇ ਉਹ ਵੀ ਲੱਗ ਰਹੇ ਸੀਗੇ। ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਠੀਕ ਨਹੀਂ ਇਹਨੂੰ ਕਰ ਰਹੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ, ਤੇ ਜਾਣ ਕੇ ਜਿਹੜੇ ਬਿਨਾਂ ਲੋੜ ਤੋਂ ਇਹ ਵਾਧਾ ਕੀਤਾ ਜਾ ਰਿਹਾ। ਵਿਰੋਧੀ ਪਾਰਟੀਆਂ ਨੇ ਸਿੱਧਾ ਕਿਹਾ ਸੀ, ਜਿਹੜੇ ਪੀਅਰ ਪੋਲੀਏਵ ਨੇ ਇਹਦੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ, ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਜਦੋਂ ਮੇਰੀ ਸਰਕਾਰ ਬਣ ਗਈ, ਮੈਂ ਪ੍ਰਾਈਮ ਮਿਨਿਸਟਰ ਬਣ ਗਿਆ, ਮੈਂ ਇਹਨਾਂ ਨੂੰ ਫਾਇਰ ਕਰ ਦੇਣਾ, ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਨੌਕਰੀ ਤੋਂ ਕੱਢ ਦੇਣਾ। ਫਿਰ ਉਹਨਾਂ ਦੀ ਜਿਹੜੀ ਆ ਇੰਡੀਪੈਂਡੈਂਸ ਬਾਰੇ ਵੀ ਗੱਲਬਾਤ ਆਈ ਸੀ। ਤੇ ਹੁਣ ਅੱਜ ਜਿਹੜੀ ਗੱਲਬਾਤ ਸਾਹਮਣੇ ਆਈ ਹੈ ਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਇੱਕ ਵਾਰੀ ਫਿਰ ਕਹਿ ਦਿੱਤਾ ਕਿ ਮਹਿੰਗਾਈ ਨੂੰ ਨਜਿੱਠਣ ਦੇ ਲਈ ਅਸੀਂ ਇੱਕ ਵਾਰੀ ਫੇਰ ਵਿਆਜ ਵਧਾ ਸਕਦੇ ਹਾਂ। ਇਸ ਕਰਕੇ ਕਿਹਾ ਉਹਨਾਂ ਨੇ, ਬਹੁਤੇ ਜਿਹੜੇ ਲੋਕ ਨੇ ਅੰਦਾਜ਼ਾ ਲਾਉਣ ਲੱਗ ਪਏ ਸੀ ਵੀ ਹੁਣ ਜਿੰਨੇ ਵਿਆਜ ਵਧਣੇ ਸੀ ਉਹ ਵੱਧ ਗਏ ਆ, ਹੁਣ ਨਹੀਂ ਵਧਣੇ, ਹੁਣ ਜਾਂ ਤਾਂ ਰੁਕ ਜਾਣਗੇ, ਅਗਲੀ ਵਾਰੀ ਬੈਂਕ ਓਨਾ ਹੀ ਰੱਖ ਲੂਗੀ ਜਿੰਨੇ ਹੈਗੇ ਆ, ਤੇ ਜਾਂ ਇਹ ਆ ਵੀ ਉਹਨੂੰ ਫਿਰ ਉਹ ਜਿਹੜਾ ਪਿੱਛੇ ਨੂੰ ਲੈ ਆਉਣਗੇ, ਘਟਾਉਣੇ ਸ਼ੁਰੂ ਕਰ ਦੇਣਗੇ। ਪਰ ਉਹ ਕਹਿੰਦੇ ਨਹੀਂ, ਹਜੇ ਇਹ ਹਾਲਤ ਨਹੀਂ ਆਈ, ਅਸੀਂ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਵਧਾਵਾਂਗੇ। ਔਰ ਜਿਹੜਾ ਲੋਕ ਇਹ ਮਹਿਸੂਸ ਕਰ ਰਿਹਾ ਕਿ ਮਹਿੰਗਾਈ ਨੇ ਸਾਨੂੰ ਲੁੱਟ ਲਿਆ, ਵੀ ਸਾਡਾ ਬੁਰਾ ਹਾਲਤ ਕਰ ਦਿੱਤਾ ਹੈ, ਮਹਿੰਗਾਈ ਨੇ ਇੱਥੇ ਤੱਕ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਜਿਹੜੀ ਬੈਂਕ ਦੀਆਂ ਵਿਆਜ ਦਰਾਂ ਦੇ ਵਾਧੇ ਨੂੰ ਮਹਿੰਗਾਈ ਦੀ ਰਫ਼ਤਾਰ ਨੂੰ ਘਟਾਉਣ ਦੇ ਲਈ ਕੀਤਾ ਜਾ ਰਿਹਾ। ਪਰ ਦੂਜੇ ਪਾਸੇ ਰੌਲਾ ਇਹ ਆ
ਵੀ ਜਿਹੜੀ ਡਿਮਾਂਡ ਤੇ ਸਪਲਾਈ ਦਾ ਇਸ਼ੂ ਉੱਥੇ ਹੀ ਆ। ਇਹ ਇੱਕ ਪਾਸੇ ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕਲਮ ਦਾ ਬਿਆਨ ਆ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਆਜ ਹੋਰ ਵਧਣਗੇ। ਦੂਜੇ ਪਾਸੇ ਅੱਜ ਉੱਧਰ ਫੈਡਰਲ ਰਿਜ਼ਰਵ ਦੀ ਅਮਰੀਕਾ ਦੇ ਵਿੱਚ ਮੀਟਿੰਗ ਸੀ, ਉਹ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ 0.75% ਯਾਨੀ ਕਿ 0.25% ਉਹਨਾਂ ਦੇ ਫੈਡਰਲ ਰਿਜ਼ਰਵ ਨੇ ਉੱਥੇ ਵਿਆਜ ਵਧਾ ਦਿੱਤੇ ਆ ਉਹਨਾਂ ਦੇ, ਔਰ ਕਿੱਥੇ ਤੱਕ ਉਹਨਾਂ ਦੇ ਵਿਆਜ ਪਹੁੰਚ ਗਏ ਲਗਾਤਾਰ ਵੱਧਦੇ, ਤੇ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਜੇ ਉਹਨਾਂ ਦੇ ਵਿਆਜ ਹਜੇ ਤੱਕ ਵਧੀ ਜਾ ਰਹੇ ਆ ਔਰ ਉਹਨਾਂ ਨੇ ਅੱਜ 0.75% ਵਧਾ ਦਿੱਤਾ ਤਾਂ ਲਗਭਗ ਜਿਹੜਾ ਹੈਗਾ ਉਹ ਕੈਨੇਡਾ ਦੇ ਵਿੱਚ ਵੀ ਉਸੇ ਚੀਜ਼ ਨੂੰ ਫੋਲੋ ਕੀਤਾ ਜਾਣਾ ਆ। ਤੇ ਇਹ ਜਿਹੜਾ ਅਗਲੀ ਮੀਟਿੰਗ ਉਹਨਾਂ ਦੀ ਵੀ ਦਸੰਬਰ ਦੇ ਵਿੱਚ ਅਗਲੇ ਮਹੀਨੇ ਜਿਹੜੀ ਹੈਗੀ ਆ, ਤੇ ਉਹਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਵਿਆਜ ਦਰ ਅਮਰੀਕਾ ਦੇ ਵਿੱਚ ਵੀ ਵੱਧ ਸਕਦੀਆਂ ਆ। ਕਈ ਸਵਾਲ ਜਿਹੜੇ ਉੱਠ ਰਹੇ ਸੀ ਇਸ ਵੇਲੇ ਕੈਨੇਡਾ ਦੇ ਵਿੱਚ, ਲੋਕ ਕਾਫੀ ਗੁੱਸੇ 'ਚ ਆ ਮਹਿੰਗਾਈ ਨੂੰ ਲੈ ਕੇ, ਪਰ ਅੱਜ ਬੈਂਕ ਆਫ ਕੈਨੇਡਾ ਦੇ ਗਵਰਨਰ ਦੇ ਬਿਆਨ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਆਜ ਹੋਰ ਵਧਣੇ ਆ। ਜਿੰਨਾ ਖਰਚਾ ਕਰਨਾ, ਮੌਰਗੇਜ ਲੈਣੀ ਹੈ, ਕ੍ਰੈਡਿਟ ਕਾਰਡ ਦੀਆਂ ਪੇਮੈਂਟਾਂ, ਲਾਈਨ ਆਫ ਕ੍ਰੈਡਿਟ ਆ, ਇਸ ਗੱਲ ਨੂੰ ਸੋਚ ਕੇ ਆਪਣਾ ਮੈਨੇਜ ਕਰੋ ਆਪਣੇ ਫਾਈਨੈਂਸਿਸ ਨੂੰ ਕਿ ਵਿਆਜ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਰਹੇ ਆ। ਅਰਥਚਾਰੇ ਨੂੰ ਪੈਰਾਂ ਸਿਰ ਹੋਣ ਦੇ ਉੱਤੇ ਜਿਹੜਾ ਟਾਈਮ ਲੱਗਣਾ ਆ, ਤੇ ਇਹ ਰਿਸੈਸ਼ਨ ਵਾਲੇ ਪਾਸੇ ਨੂੰ ਵੀ ਗੱਲ ਜਾ ਸਕਦੀ ਆ। ਜੇ ਹੋਰ ਵਿਆਜ ਵੱਧਦੇ ਆ, ਇਕੋਨਮੀ ਫਿਰ ਇੱਕ ਵਾਰੀ ਹਿੱਲ ਸਕਦੀ ਆ। ਘੱਟੋ ਘੱਟ ਇਹਨੂੰ ਦਿਮਾਗ ਦੇ ਵਿੱਚ ਜ਼ਰੂਰ ਰੱਖ ਕੇ ਆਪਣੀ ਕੋਈ ਵੀ ਅਗਲੀ ਜਿਹੜੀ ਪਲੈਨਿੰਗ ਆ ਪੈਸੇ ਧੇਲੇ ਦੇ ਨਾਲ ਸੰਬੰਧਿਤ ਉਹ ਕੀਤੀ ਜਾਵੇ। ਜਦੋਂ ਅਸੀਂ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਵਧਣ ਦੀ ਗੱਲਬਾਤ ਕਰ ਰਹੇ ਹਾਂ ਤਾਂ ਉਹਦਾ ਸਿੱਧਾ ਅਸਰ ਹਾਊਸਿੰਗ ਮਾਰਕੀਟ ਦੇ ਉੱਤੇ ਪੈ ਰਿਹਾ। ਹਾਊਸਿੰਗ ਮਾਰਕੀਟ ਤੋਂ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਵਧਾਉਣ ਦੇ ਮਨਸ਼ੇ ਨੂੰ ਬਹੁਤ ਸੌਖੇ ਰੂਪ ਦੇ ਵਿੱਚ ਸਮਝਿਆ ਜਾ ਸਕਦਾ। ਅਸਲ ਦੇ ਵਿੱਚ ਬੈਂਕ ਆਫ ਕੈਨੇਡਾ ਇਹ ਚਾਹੁੰਦੀ ਹੈ ਕਿ ਮਹਿੰਗਾਈ ਘਟ ਜਾਵੇ। ਮਹਿੰਗਾਈ ਘਟ ਜਾਵੇ ਦਾ ਮਤਲਬ ਚੀਜ਼ਾਂ ਸਸਤੀਆਂ ਹੋ ਜਾਣ। ਘਰਾਂ ਦੀ ਉਦਾਹਰਨ ਲਈ ਜਾ ਸਕਦੀ ਆ, ਬੈਂਕ ਆਫ ਕੈਨੇਡਾ ਇਹ ਚਾਹੁੰਦੀ ਆ ਕਿ ਘਰਾਂ ਦੀਆਂ ਕੀਮਤਾਂ ਥੱਲੇ ਆ ਜਾਣ। ਘਰਾਂ ਦੀਆਂ ਕੀਮਤਾਂ ਥੱਲੇ ਲਿਆਉਣ ਦੇ ਲਈ ਕੀਤਾ ਕੀ ਜਾ ਰਿਹਾ ਕਿ ਵਿਆਜ ਵਧਾਏ ਜਾ ਰਹੇ, ਮਤਲਬ ਮੌਰਗੇਜ ਮਹਿੰਗੀ ਕੀਤੀ ਜਾ ਰਹੀ ਆ। ਜਿੱਥੇ ਇੱਕ ਜਿਹੜੀ ਪੇਮੈਂਟ ਕਿਸੇ ਬੰਦੇ ਦੀ ਜੇਕਰ ਉਹ 5 ਲੱਖ ਦਾ ਲੋਨ ਲੈਂਦਾ ਸੀ, ਜੇ ਉਹਦੀ ਪੇਮੈਂਟ 2000 ਆ ਤਾਂ ਉਹ 4000 ਹੋ ਰਹੀ ਆ, ਜਾਂ ਮੰਨ ਲਓ ਕਿ ਉਹਦੀ ਇੰਨੀ ਜ਼ਿਆਦਾ ਪੇਮੈਂਟ ਹੋ ਰਹੀ ਆ। ਇਹਦਾ ਮਤਲਬ ਇਹ ਆ ਕਿ ਉਹ ਬੰਦਾ ਘਰ ਲੈ ਹੀ ਨਹੀਂ ਸਕਦਾ। ਘਰ ਵਿਕ ਨਹੀਂ ਰਹੇ, ਘਰ ਰੁਕ ਜਾਂਦੇ ਆ, ਤੇ ਫਿਰ ਜਦੋਂ ਘਰ ਵੇਚਣ ਵਾਲਿਆਂ ਦਾ ਕੋਲ ਗਾਹਕ ਹੈ ਨਹੀਂ ਤਾਂ ਉਹ ਘਰਾਂ ਨੂੰ ਸਸਤੇ ਕਰ ਦਿੰਦੇ ਆ, ਮਾਰਕੀਟ ਥੱਲੇ ਆਉਣੀ ਸ਼ੁਰੂ ਹੋ ਜਾਂਦੀ। ਇਹੀ ਕੁਝ ਕੈਨੇਡਾ ਦੇ ਵਿੱਚ ਹੋ ਰਿਹਾ। ਇੰਟਰਸਟ ਰੇਟ ਵਧਣ ਦੇ ਨਾਲ ਜਿਹੜੀ ਹੁਣ ਵੈਨਕੂਵਰ ਦੀ ਰਿਪੋਰਟ ਆਈ ਹੈ ਰੀਅਲ ਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ ਦੀ, ਉਹ ਦੱਸ ਰਹੀ ਆ ਕਿ ਘਰ ਦੀਆਂ ਕੀਮਤਾਂ ਭਾਵੇਂ ਉਨੀਆਂ ਥੱਲੇ ਆਈਆਂ ਜਾਂ ਨਹੀਂ ਆਈਆਂ, ਪਰ ਘਰ ਵਿਕ ਨਹੀਂ ਰਹੇ। ਇੱਕ ਤਰੀਕੇ ਨਾਲ ਪੂਰੀ ਦੀ ਪੂਰੀ ਮਾਰਕੀਟ ਖੜੀ ਹੋ ਗਈ ਆ। ਘਰਾਂ ਦੀ ਸੇਲ ਦੇ ਵਿੱਚ 45.5% ਪਿਛਲੇ ਮਹੀਨੇ ਕਮੀ ਆਈ ਹੈ, ਜੇ ਇਹਨੂੰ 1 ਸਾਲ ਪਹਿਲਾਂ ਨਾਲ ਕੰਪੇਅਰ ਕਰਕੇ ਦੇਖਿਆ ਜਾਵੇ। ਮਤਲਬ ਜੇ ਤੁਸੀਂ ਅਕਤੂਬਰ 2021 ਦੇ ਵਿੱਚ ਕੀ ਵਾਪਰਿਆ ਸੀ, ਕਿੰਨੇ ਘਰ ਵਿਕਦੇ ਸੀ ਗ੍ਰੇਟਰ ਵੈਨਕੂਵਰ ਦੇ ਵਿੱਚ, ਤੇ ਉਹਦੀ ਤੁਲਨਾ ਕਰਕੇ ਦੇਖੋ ਤੁਸੀਂ ਇਸ ਸਾਲ ਅਕਤੂਬਰ 2023 ਦੇ ਨਾਲ 45% ਤੋਂ ਜ਼ਿਆਦਾ ਘਟ ਗਏ ਆ ਘਰ ਵਿਕਣੇ। ਅੱਧੋ ਅੱਧੀ ਦਾ ਫਰਕ ਪੈ ਗਿਆ ਇੰਨੇ ਚਿਰ ਦੇ ਵਿੱਚ। ਹੁਣ ਕੁਦਰਤੀ ਤੌਰ ਤੇ ਅਜੇ ਘਰ ਵਿਕ ਨਹੀਂ ਰਹੇ, ਤਾਂ ਇਹਦਾ ਸਿੱਧਾ ਮਤਲਬ ਇਹ ਆ ਕਿ ਘਰ ਸਸਤੇ ਹੋ ਜਾਣਗੇ। ਜਿਹੜਾ ਬੰਦਾ ਵੇਚਣਾ ਚਾਹੁੰਦਾ ਉਹਨੇ ਤਾਂ ਵੇਚਣਾ ਹੀ ਆ। ਫਿਰ ਉਹ ਕਿੱਥੇ ਇੱਕ ਘਰ ਦੇ ਉੱਤੇ ਮਲਟੀਪਲ ਆਫਰਸ ਆ ਰਹੀਆਂ ਸੀ ਕਿ ਉਹ ਵੱਧ ਕੇ ਲੈ ਰਿਹਾ ਸੀ, ਹੁਣ ਲੋਕ ਲੈਣ ਨੂੰ ਤਿਆਰ ਨਹੀਂ, ਤੇ ਉਹ ਥੱਲੇ ਨੂੰ ਆ ਜਾਊਗਾ ਵੀ ਮੈਂ ਤੋਂ ਰੇਟ ਘਟਾ ਦਿੱਤਾ, ਤੁਸੀਂ ਲੈ ਲਓ, ਸ਼ਾਇਦ ਇਹ ਘਰ ਲੈ ਜਾਣ। ਅਕਤੂਬਰ ਦੀ ਸੇਲ 33% ਘੱਟ ਦੱਸੀ ਜਾ ਰਹੀ ਆ 10 ਸਾਲਾਂ ਦੀ ਇਸ ਮਹੀਨੇ ਦੀ ਐਵਰੇਜ ਨਾਲੋਂ। ਵੀ ਅਸੀਂ ਕਹਿੰਦੇ ਚਲੋ ਪਿਛਲੇ ਸਾਲ ਸੇਲ ਬਹੁਤ ਜ਼ਿਆਦਾ ਸੀ, ਇਸ ਕਰਕੇ ਐਤਕੀ ਉਨੀ ਥੱਲੇ ਆ ਗਈ ਜਾਂ ਹੁਣ ਨਾਰਮਲ ਹੋ ਗਈ। 10 ਸਾਲਾਂ ਦੀ ਐਵਰੇਜ ਕੱਢ ਲਓ, ਉਹਦੇ ਨਾਲੋਂ ਵੀ 33% ਸੇਲ ਥੱਲੇ ਦੱਸੀ ਜਾ ਰਹੀ ਹੈ। ਇਨਫਲੇਸ਼ਨ, ਮਹਿੰਗਾਈ, ਵੱਧਦੀਆਂ ਕੀਮਤਾਂ। ਦੂਜੇ ਪਾਸੇ ਹੁਣ ਸਵਾਲ ਇਹਦੇ ਨਾਲ ਇਹ ਪੈਦਾ ਹੋ ਰਿਹਾ ਕਿ ਇਹ ਜਿਹੜੀ ਰੀਅਲ ਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ ਆ, ਇਹਦੇ ਜਿਹੜੇ ਡਾਇਰੈਕਟਰ ਨੇ ਜਾਂ ਉਹ ਦੱਸ ਰਹੇ ਨੇ ਇਹ ਸਾਰੇ ਡਾਟੇ ਨੂੰ ਦੇਖ ਕੇ ਕਿ ਇਹ ਹਿਸਟੋਰਿਕ ਲੋ ਹੈਗੇ ਆ, ਲਿਸਟਿੰਗ ਜਿਹੜੀਆਂ ਬਹੁਤ ਥੱਲੇ ਨੇ, ਇਹਦਾ ਅਸਰ ਘਰਾਂ ਦੀ ਕੀਮਤਾਂ ਦੇ ਉੱਤੇ ਸਿੱਧਾ ਪੈਣਾ ਹੀ ਆ। ਦੂਜਾ ਮਾਮਲਾ ਇਹ ਹੈ ਕਿ ਕੀ ਇਹਦੇ ਨਾਲ ਸਮੱਸਿਆ ਹੱਲ ਹੋ ਰਹੀ ਆ। ਘਰ ਵਿਕਣੋਂ ਬੰਦ ਹੋ ਗਏ, ਪਰ ਜਿਹੜੇ ਲੋਕ ਲੈਣ ਲਈ ਖੜੇ ਸੀ ਉਹ ਤਾਂ ਘਰ ਲੈਣ ਲਈ ਉੱਥੇ ਹੀ ਖੜੇ ਆ। ਉਹਨਾਂ ਨੂੰ ਤਾਂ ਘਰ ਚਾਹੀਦਾ, ਉਹ ਤਾਂ ਇਸ ਕਰਕੇ ਰੁਕੇ ਪਏ ਆ ਕਿਉਂਕਿ ਘਰ ਉਹਨਾਂ ਕੋਲੋਂ ਲਿਆ ਹੀ ਨਹੀਂ ਜਾ ਰਿਹਾ। ਪਹਿਲਾਂ ਇਸ ਕਰਕੇ ਨਹੀਂ ਸੀ ਲਿਆ ਜਾ ਰਿਹਾ ਕਿ ਘਰ ਮਹਿੰਗਾ ਬਹੁਤ ਆ, ਉਹਨਾਂ ਨੂੰ ਮੌਰਗੇਜ ਮਿਲ ਰਹੀ ਸੀ, ਮੌਰਗੇਜ ਘੱਟ ਰੇਟ 'ਤੇ ਮਿਲ ਰਹੀ ਸੀ। ਹੁਣ ਇਸ ਕਰਕੇ ਨਹੀਂ ਲਿਆ ਜਾ ਰਿਹਾ ਕਿ ਘਰ ਸਸਤਾ ਆ ਪਰ ਕੁਆਲੀਫਾਈ ਨਹੀਂ ਕਰਦੇ ਉਨੀ ਮੌਰਗੇਜ ਦੇ ਲਈ ਵੀ, ਜਾਂ ਉਹਨਾਂ ਦੀ ਮਹੀਨੇ ਦੀ ਕਿਸ਼ਤ ਹੀ ਬਹੁਤ ਜ਼ਿਆਦਾ ਬਣ ਰਹੀ ਹੈ ਜਿਹੜੀ ਉਹ ਅਫੋਰਡ ਨਹੀਂ ਕਰ ਸਕਦੇ। ਦੂਜਾ ਸਵਾਲ ਇਹਦੇ ਨਾਲ ਜਿਹੜਾ ਅੱਜ ਮਾਹਰ ਇਹ ਦੱਸ ਰਹੇ ਆ, ਕੁਝ ਲੋਕਾਂ ਨੇ ਬਹੁਤ ਸੀਰੀਅਸ ਆਪਣਾ ਕੰਸਰਨ ਦੱਸਿਆ ਆ ਇਸ ਗੱਲ ਦੇ ਉੱਤੇ ਕਿ ਜਿਹੜੇ ਲੋਕ ਬਾਹਰੋਂ ਕੈਨੇਡਾ ਤੋਂ ਇੱਥੇ ਸੱਦੇ ਜਾ ਰਹੇ ਆ, ਕੱਲ੍ਹ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ
कि अगले साल इन्होंने 4,65,000 लोगों को इत्थे परमानेंट रेजिडेंसी देनी आ, उस तो अगले साल 24 ਦੇ ਵਿੱਚ 4,85,000 ਨੂੰ ਸੱਦਣਾ ਹੈ ਤੇ ਉਹ ਤੋਂ ਅਗਲੇ ਸਾਲ 25 ਦੇ ਵਿੱਚ 5 ਲੱਖ ਬੰਦੇ ਨੂੰ ਕੈਨੇਡਾ ਦੇ ਵਿੱਚ ਪੱਕਾ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਿਣਤੀ ਵੱਧਦੀ ਜਾਣੀ ਹੈ। ਹੁਣ ਜਿਹੜਾ 5 ਲੱਖ ਦੇ ਕਰੀਬ ਬੰਦਾ 1 ਸਾਲ ਦੇ ਵਿੱਚ ਕੈਨੇਡਾ 'ਚ ਪੱਕਾ ਹੋ ਰਿਹਾ, ਉਹਨੇ ਰਹਿਣਾ ਕਿੱਥੇ ਆ? ਘਰ ਤੇ ਮਾਰਕੀਟ ਦੇ ਵਿੱਚ ਪਹਿਲਾਂ ਹੀ ਹੈ ਨਹੀਂ। ਮਤਲਬ ਘਰਾਂ ਦੀ ਕੀਮਤ ਵਧੀ ਕਿਉਂ ਆ? ਘਰਾਂ ਦੀ ਕੀਮਤ ਇਸ ਕਰਕੇ ਵਧੀ ਆ ਕਿਉਂਕਿ ਲੈਣ ਵਾਲੇ ਜ਼ਿਆਦਾ ਖੜੇ ਆ, ਮੂਹਰੇ ਘਰ ਉਹਨੇ ਹੈ ਨਹੀਂ। ਤੇ ਹੁਣ ਜਦੋਂ ਲੈਣ ਵਾਲੇ ਉਹ ਤਾਂ ਇਸ ਕਰਕੇ ਰੁਕ ਗਏ ਕਿਉਂਕਿ ਉਹਨਾਂ ਕੋਲ ਅਫੋਰਡ ਨਹੀਂ ਹੋ ਰਿਹਾ, ਵਿਆਜ ਵੱਧ ਗਏ ਆ, ਪਰ ਲੈਣ ਵਾਲੇ ਤੇ ਹੋਰ ਆ ਰਹੇ ਆ। 5 ਲੱਖ ਬੰਦਾ ਕੈਨੇਡਾ ਦੇ ਵਿੱਚ ਹੋਰ ਜਿਹੜਾ ਪੱਕਾ ਹੋਣਾ, ਕੀ ਇੰਨੇ ਘਰ ਹੈਗੇ ਆ ਕੈਨੇਡਾ ਦੇ ਵਿੱਚ? ਜੇ ਉਹ ਬੇਸਮੈਂਟ ਦੇ ਵਿੱਚ ਰੈਂਟ ਦੇ ਉੱਤੇ ਰਹਿੰਦੇ, ਕੀ ਇੰਨੀਆਂ ਪਾਰਕਾਂ ਬਣੀਆਂ ਆ? ਕੀ ਉਹਨੇ ਸਕੂਲ ਹੈਗੇ ਆ? ਇਨਫਰਾਸਟਰਕਚਰ ਇੰਨੇ ਲੋਕਾਂ ਨੂੰ ਸਹੂਲਤਾਂ ਹੈਗੀਆਂ? ਹੋਊਗਾ ਫਿਰ ਅਲਟੀਮੇਟਲੀ ਇਹੀ ਕਿ ਸਹੂਲਤਾਂ ਨਹੀਂ ਮਿਲਣਗੀਆਂ ਲੋਕਾਂ ਨੂੰ, ਜਾਂ ਘੱਟ ਮਿਲਣਗੀਆਂ, ਜਾਂ ਬਿਲਕੁਲ ਉਹੋ ਜਿਹੀ ਹਾਲਤ ਜਿਹੜੀ ਤੁਸੀਂ ਵੈਨਕੂਵਰ ਦੇ ਵਿੱਚ ਤੇ ਸਰੀ ਦੇ ਵਿੱਚ ਵੀ ਆਲੇ ਦੁਆਲੇ ਦੇਖ ਸਕਦੇ ਆ ਕਿ ਜਿੱਥੇ ਇੱਕ ਘਰ ਹੁੰਦਾ ਸੀ ਉੱਥੇ ਥੋੜ੍ਹੇ ਘਰਾਂ ਦੇ ਵਿੱਚ ਹੁਣ ਉਹ ਰਲ ਕੇ ਜਿਹੜੇ 100 ਟਾਊਨ ਹਾਊਸ ਬਣ ਗਏ। ਪਰ ਕੀ ਉਹਨਾਂ ਦੇ ਨੇੜੇ ਸਕੂਲ ਹੈਗੇ ਆ? ਉਹਨੇ ਕੀ ਉਹਨੇ ਸਕੂਲ ਡਿਵੈਲਪ ਹੋ ਰਿਹਾ? ਫੈਸਿਲਿਟੀਜ਼ ਉਹਨੇ ਡਿਵੈਲਪ ਹੋ ਰਹੀਆਂ? ਸਿਟੀ ਜਿੰਨਿਆਂ ਨੂੰ ਪਰਮਿਟ ਦੇ ਰਹੀਆਂ ਨਹੀਂ ਹੋ ਰਹੀਆਂ। ਹਰ ਇੱਕ ਨੂੰ ਪਤਾ ਇਹ ਗੱਲ, ਤੇ ਉਹਦੇ ਵਿੱਚ ਹੀ ਸਾਰੇ ਫਿਰ ਉੱਥੇ ਫਸ ਰਹੇ ਆ। ਪਾਰਕਿੰਗ ਦੀ ਪ੍ਰੋਬਲਮ ਵੀ ਆ, ਪਾਰਕਾਂ ਦੀ ਪ੍ਰੋਬਲਮ ਵੀ ਆ, ਇਹਦੇ ਨਾਲ ਹੀ ਸਕੂਲਾਂ ਦੀ ਪ੍ਰੋਬਲਮਸ ਵੀ ਆ, ਪੋਰਟੇਬਲਸ ਵੱਧ ਰਹੇ ਆ, ਬਾਹਰ ਫਿਰ ਉਹ ਟੈਂਪਰੇਰੀ ਜਿਹੜੇ ਸਕੂਲ ਦੇ ਕਮਰੇ ਬਣਾ ਕੇ ਰੱਖ ਰਹੇ ਆ। ਇੱਕ ਬਹੁਤ ਵੱਡੀ ਸਮੱਸਿਆ ਇਮੀਗ੍ਰੇਸ਼ਨ ਦੇ ਨਾਲ, ਤੇ ਦੂਜੇ ਪਾਸੇ ਘਰਾਂ ਦੀ ਮਾਰਕੀਟ ਦੇ ਵਿੱਚ ਸਪਲਾਈ ਨਾ ਹੋਣ ਕਰਕੇ ਆ ਰਹੀ ਆ। ਸੋ ਕਿਹਾ ਇਹ ਜਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਘਰਾਂ ਦੀ ਸਪਲਾਈ ਵਧਾਉਣੀ ਚਾਹੀਦੀ ਆ, ਜਾਂ ਸਰਕਾਰ ਨੂੰ ਕੁਛ ਇਹਦੇ ਤੋਂ ਬਿਨਾਂ ਯਤਨ ਕਰਨੇ ਚਾਹੀਦੇ ਆ ਜਿਹਦੇ ਨਾਲ ਲੋਕਾਂ ਦੀ ਸਮੱਸਿਆ ਹੱਲ ਹੋ ਸਕੇ। ਪਰ ਅੱਜ ਜਿਹੜੀ ਇਹ ਰਿਪੋਰਟ ਸਾਹਮਣੇ ਆਈ ਹੈ ਕਿ ਘਰਾਂ ਦੀਆਂ ਜਿਹੜੀਆਂ ਸੇਲ ਆ ਉਹਦੇ ਵਿੱਚ 45.5% ਕਮੀ ਆਈ ਹੈ, ਤੇ 10 ਸਾਲਾਂ ਦਾ ਹਿਸਾਬ ਕਿਤਾਬ ਲਾ ਕੇ ਦੇਖਿਆ ਜਾਵੇ ਤਾਂ ਉਹਦੇ ਹਿਸਾਬ ਨਾਲ 33% ਤੋਂ ਵੀ ਜ਼ਿਆਦਾ ਕਮੀ ਆਈ ਹੈ। ਵੈਨਕੂਵਰ ਦੇ ਵਿੱਚ, ਮੈਟਰੋ ਵੈਨਕੂਵਰ ਦੇ ਵਿੱਚ ਜਿਹੜਾ ਘਰ ਸੀਗੇ ਉਹਨਾਂ ਦੀਆਂ ਕੀਮਤਾਂ ਇਹ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੀਆਂ ਆ। ਅਫੋਰਡੇਬਿਲਟੀ ਇੱਥੇ ਬਹੁਤ ਵੱਡਾ ਸਰਕਾਰਾਂ ਦੇ ਸਾਹਮਣੇ ਮੁੱਦਾ ਵੀ ਆ। ਜਿਹੜੇ ਹੁਣ ਦੇ ਸਾਡੇ ਪ੍ਰੀਮੀਅਰ ਬਣਨ ਜਾ ਰਹੇ ਨੇ ਡੇਵਿਡ ਈਬੀ, ਉਹਨਾਂ ਦਾ ਮੁੱਖ ਮੁੱਦਾ ਇਹੀ ਹੈ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹ ਦੇਖਣਗੇ, ਇਹਨੂੰ ਹੈਂਡਲ ਕਰਨਗੇ ਵੱਖਰੇ ਤਰੀਕੇ ਨਾਲ। ਉਹਨਾਂ ਨੇ ਕੁਝ ਗੱਲਾਂ ਬਾਤਾਂ ਇੱਥੇ ਦੱਸੀਆਂ ਵੀ ਆ। ਤੇ ਜਿਹੜੀ ਇਹ ਗੱਲਬਾਤ ਅਸੀਂ ਇਹ 45.5% ਸੇਲ ਦੇ ਵਿੱਚ ਕਮੀ ਦੱਸ ਰਹੇ ਹਾਂ, ਇਹ ਜਿਹੜਾ ਰੀਅਲ ਸਟੇਟ ਬੋਰਡ ਆ ਉਹ ਗ੍ਰੇਟਰ ਵੈਨਕੂਵਰ ਆ, ਇਹਦੇ ਵਿੱਚ ਜਿਹੜਾ ਬਰਨਵੀ, ਕੋਕਿਟਲਮ, ਮੇਪਲ ਰਿਜ, ਨਿਊ ਵੈਸਟਮਿਨਸਟਰ, ਨਾਰਥ ਵੈਨਕੂਵਰ, ਪੈਟਮੀਡੋ, ਪੋਰਟ ਕੋਕਿਟਲਮ, ਪੋਰਟ ਮੂਡੀ, ਰਿਚਮੰਡ, ਸਾਊਥ ਡੈਲਟਾ, ਸਕੈਮਿਸ਼, ਸਨਸ਼ਾਈਨ ਕੋਸਟ, ਵੈਨਕੂਵਰ, ਵੈਸਟ ਵੈਨਕੂਵਰ, ਵਿਸਲਰ, ਇਹ ਸਾਰੇ ਇਲਾਕੇ ਇਹਦੇ ਵਿੱਚ ਆਉਂਦੇ ਆ। ਤੇ ਇਹਨਾਂ ਸਾਰਿਆਂ ਦੇ ਵਿੱਚ ਹੀ 45.5% ਘਰਾਂ ਦੀ ਵਿਕਰੀ ਦੇ ਵਿੱਚ ਪਿਛਲੇ ਮਹੀਨੇ ਕਮੀ ਦੇਖੀ ਗਈ ਹੈ। ਕਾਫੀ ਦਿਨਾਂ ਦਾ ਇੱਕ ਮੁੱਦਾ ਬਹੁਤ ਚਰਚਾ ਦੇ ਵਿੱਚ ਚੱਲ ਰਿਹਾ ਆ, BC ਦੇ ਵਿੱਚ ਡਾਕਟਰਾਂ ਦਾ ਮੁੱਦਾ, ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰਾਂ ਦਾ ਜਿਹੜਾ ਪੈਕੇਜ ਉਹਨਾਂ ਨੇ ਕੀਤਾ, ਜਿਹੜੇ ਉਹਨਾਂ ਨੂੰ ਜਿੰਨੇ ਪੈਸੇ ਮਤਲਬ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਮਿਲੀ ਫਿਜ਼ੀਸ਼ੀਅਨ ਕਮਾਉਂਦੇ ਸੀ ਉਹਨਾਂ ਨੂੰ ਵਧਾ ਦਿੱਤੇ ਗਏ ਆ। 40% ਵਧਾ ਦਿੱਤਾ ਗਿਆ ਉਹਦੇ ਵਿੱਚ। ਹੁਣ ਸਵਾਲ ਇਹਦੇ ਨਾਲ ਹੀ ਨਿੱਤ ਨਵਾਂ ਸਵਾਲ ਉੱਠ ਰਿਹਾ ਆ। ਪਹਿਲੀ ਗੱਲ ਤਾਂ ਇਹ ਸਵਾਲ ਉੱਠਿਆ ਸੀ ਵੀ ਕਿ ਡਾਕਟਰ ਇਹਦੇ ਤੋਂ ਖੁਸ਼ ਆ, ਉਹ ਕਹਿੰਦੇ ਸੀ ਖੁਸ਼ ਆ, ਡਾਕਟਰ ਰਹਿ ਜਾਣਗੇ। ਦੂਜਾ ਸਵਾਲ ਇਹ ਸੀਗਾ ਕਿ ਜਿਹੜੇ ਡਾਕਟਰ ਇਹ ਨਵਾਂ ਜਿਹੜਾ ਰੋਸਟਰ ਸਿਸਟਮ ਇਹਨੂੰ ਕਿਹਾ ਜਾ ਰਿਹਾ ਆ, ਇਹਦੇ ਵਿੱਚ ਨਹੀਂ ਆਉਣਾ ਚਾਹੁੰਦੇ, ਵੀ ਕੋਈ ਡਾਕਟਰ ਰਿਟਾਇਰਮੈਂਟ ਦੇ ਨੇੜੇ ਬੈਠਾ ਉਹ ਨਹੀਂ ਇਸ ਨਵੇਂ ਸਿਸਟਮ ਦੇ ਵਿੱਚ ਆਉਣਾ ਚਾਹੁੰਦਾ, ਉਹਨੂੰ ਕਿਹਾ ਗਿਆ ਸੀ ਕਿ ਤੁਸੀਂ ਪੁਰਾਣਾ ਸਿਸਟਮ ਹੀ ਰੱਖ ਲਓ। ਹੁਣ ਜਿਹੜਾ ਅੱਜ ਸਵਾਲ ਇਹ ਪੈਦਾ ਹੋਇਆ, ਜਿਹੜਾ ਲੋਕ ਇਹ ਮੰਗ ਕਰ ਰਹੇ ਆ ਕਿ ਤੁਸੀਂ ਡਾਕਟਰਾਂ ਦੇ ਲਈ ਸਾਰਾ ਕੁਝ ਕਰ ਦਿੱਤਾ, ਕੀ ਹੋਰ ਡਾਕਟਰ ਇੱਧਰਲੇ ਪਾਸੇ ਆਉਣਗੇ? ਜਾਂ ਜਿਹੜੇ ਪਹਿਲਾਂ ਡਾਕਟਰ ਹੈਗੇ ਉਹਨਾਂ ਨੂੰ ਤੁਸੀਂ ਪੈਸੇ ਦੇ ਦਿੱਤੇ, ਵਧਾ ਦਿੱਤੇ, ਉਹ ਠੀਕ ਠਾਕ ਆ, ਉਹ ਰਹਿ ਜਾਣਗੇ, ਉਹਨਾਂ ਨੂੰ ਵੱਧ ਆਮਦਨੀ ਹੋ ਜੂਗੀ, ਪਰ ਕੀ ਨਵੇਂ ਡਾਕਟਰ ਆਉਣਗੇ? ਜੇ 1 ਸਾਲ ਬਾਅਦ ਦੇਖਿਆ ਜਾਵੇ ਕਿ 1 ਨਵੰਬਰ ਨੂੰ ਜਾਂ 2 ਨਵੰਬਰ 2023 ਨੂੰ ਜਿੰਨੇ ਫੈਮਿਲੀ ਡਾਕਟਰ ਇਸ ਵੇਲੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੰਨੇ ਰਹਿੰਦੇ ਆ, ਜਾਂ ਜਿਹੜੇ ਇਹ ਡਾਕਟਰ ਨੇ ਰਿਟਾਇਰ ਹੋ ਜਾਂਦੇ, ਉਹ ਚਲੇ ਜਾਂਦੇ ਆ, ਤਾਂ ਫਿਰ ਇੱਥੇ ਡਾਕਟਰ ਘਟਦੇ ਆ ਜਾਂ ਵੱਧਦੇ ਆ? ਇਹ ਪਲਾਨ ਦਾ ਉਦੋਂ ਤੱਕ ਕੀ ਅਸਰ ਪੈਂਦਾ? ਮਹੱਤਵਪੂਰਨ ਚੀਜ਼ ਇਹ ਆ, ਡਾਕਟਰਾਂ ਨੂੰ ਕਿੰਨੇ ਪੈਸੇ ਮਿਲਦੇ ਆ, ਡਾਕਟਰ ਉਹਦੇ 'ਚੋਂ ਕਿੰਨੀ ਕਮਾਈ ਕਰਦੇ ਆ, ਕਿੰਨੇ ਉਹਨਾਂ ਦੇ ਓਵਰਹੈਡ ਖਰਚੇ ਆ, ਇਹ ਵੱਖਰਾ ਵਿਸ਼ਾ ਆ। ਲੋਕ ਇਹ ਕਹਿ ਰਹੇ ਆ ਕਿ ਘੱਟੋ ਘੱਟ ਸਾਨੂੰ ਡਾਕਟਰ ਤਾਂ ਮਿਲੇ। ਹੁਣ ਇਹਦੇ ਬਾਰੇ ਅਜੇ ਤੱਕ ਕੋਈ ਸਥਿਤੀ ਸਪਸ਼ਟ ਨਹੀਂ ਆ ਕਿ ਡਾਕਟਰ ਮਿਲ ਸਕਦੇ ਆ ਜਾਂ ਨਹੀਂ ਮਿਲ ਸਕਦੇ। ਜਿਹੜਾ ਇਹ ਸਿਸਟਮ ਜਿਹੜਾ ਹੈਗਾ, ਇਹਨੂੰ ਦੱਸਿਆ ਜਾ ਰਿਹਾ, ਸਾਡੇ ਹੈਲਥ ਮਿਨਿਸਟਰ ਏਡਰੀਅਨ ਡਿਕਸ ਨੇ ਨਵੇਂ ਸਿਸਟਮ ਦੇ ਬਾਰੇ ਜਿਹੜੀ ਇਹ ਗੱਲਬਾਤ ਦੱਸੀ ਆ ਕਿ ਲੋਕ ਜਿਹੜੇ ਆ ਹੁਣ ਸੌਖਾ ਹੋਊਗਾ ਲੋਕਾਂ ਨੂੰ ਫੈਮਿਲੀ ਡਾਕਟਰ ਨੂੰ ਲੱਭਣਾ। ਪਰ ਹਜੇ ਤੱਕ ਇਹਦੇ ਨਾਲ ਹੀ ਉਹਨਾਂ ਨੇ ਵਾਅਦਾ ਇਹ ਨਹੀਂ ਕੀਤਾ ਵੀ ਇਹ ਕਦੋਂ ਤੋਂ ਉਹ ਲੱਭ ਦੇਣਗੇ। ਉਹ ਕਹਿੰਦੇ ਇਹ ਜੁਲਾਈ 2023 ਤੋਂ ਸਿਸਟਮ ਇੰਪਲੀਮੈਂਟ ਹੋਣਾ, ਜਾਣੀ ਅਗਲੇ ਸਾਲ ਜੁਲਾਈ ਤੋਂ। ਤੇ ਉਹ ਕਹਿੰਦੇ ਮੈਂ ਓਵਰ ਪ੍ਰੋਮਿਸ ਕੋਈ ਨਹੀਂ ਕਰਨਾ ਚਾਹੁੰਦਾ ਵੀ ਤੁਹਾਡੇ ਨਾਲ ਗਲਤ ਵਾਅਦਾ ਕਰ ਜਾਂ ਵੀ ਨਹੀਂ ਜਲਦੀ ਹੋ ਜਾਊਗਾ, ਐਡੀ ਛੇਤੀ ਜਿਹੜੀ ਆ ਬਹੁਤ ਕੁਝ ਨਹੀਂ ਹੋਣਾ। ਪਰ ਉਹ ਕਹਿੰਦੇ ਕਿ ਇਹ ਬਹੁਤ ਮਹੱਤਵਪੂਰਨ ਮੁੱਢਲੀ ਤਬਦੀਲੀ ਹੈਗੀ ਆ, ਇੰਪੋਰਟੈਂਟ ਫੰਡਾਮੈਂਟਲ ਚੇਂਜ ਉਹਨਾਂ ਨੇ ਇਹਨੂੰ ਕਿਹਾ ਆ ਕਿ ਜਿਹਦੇ ਨਾਲ ਚੀਜ਼ਾਂ ਬਿਹਤਰ ਹੋਣਗੀਆਂ ਤੇ ਖਾਸ ਕਰ ਜਿਹੜੇ ਪੇਸ਼ੈਂਟ ਨੇ ਉਹਨਾਂ ਦੇ ਲਈ ਕੁਝ ਚੰਗਾ ਹੋਊਗਾ।
ਜਿਹੜੇ ਵੈਸ਼ੀ ਦੇ ਵਿੱਚ ਫੈਮਿਲੀ ਡਾਕਟਰਸ ਦੀ ਐਸੋਸੀਏਸ਼ਨ ਆ ਉਹਨਾਂ ਨੇ ਵੀ ਇਹਦੇ ਉੱਤੇ ਤਸੱਲੀ ਪ੍ਰਗਟਾਈ ਆ। ਅਸਲ ਦੇ ਵਿੱਚ ਦੱਸਿਆ ਇਹ ਜਾ ਰਿਹਾ ਕਿ ਜਿਹੜੀ ਸਾਰੀ ਸਕੀਮ ਸੀਗੀ ਇਹ ਵਧਾਉਣ ਵਾਲੀ ਇਹ ਦਿੱਤੀ BC ਦੇ ਡਾਕਟਰਸ ਨੇ ਸੀਗੀ, ਜਿਹਨੂੰ ਉਹਨਾਂ ਨੇ ਇਨ-ਬਿਨ ਸਵੀਕਾਰ ਕਰ ਲਿਆ ਆ। ਡਾਕਟਰ ਇਹਦੇ ਤੋਂ ਖੁਸ਼ ਨੇ। ਸਵਾਲ ਇਹ ਪੈਦਾ ਹੁੰਦਾ ਕਿ ਕੀ ਹੁਣ ਮਰੀਜ਼ਾਂ ਨੂੰ ਡਾਕਟਰ ਮਿਲਣਗੇ ਸਾਰਿਆਂ ਨੂੰ? ਪਹਿਲਾਂ ਤਾਂ ਇਹ ਦੇਖਣਾ ਪਊਗਾ ਕਿ ਕਿੰਨੇ ਮਰੀਜ਼, ਅੰਦਾਜ਼ਾ ਬਹੁਤ ਲਾਇਆ ਜਾ ਰਿਹਾ 10 ਮਿਲੀਅਨ ਇੱਥੇ ਦੱਸੀ ਜਾ ਰਹੀ, ਇੱਕ 10 ਲੱਖ ਇੱਥੇ ਦੱਸੀ ਜਾ ਰਹੀ ਹੈ ਕਿ ਮਿਲੀਅਨ ਲੋਕ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ। 13 ਲੱਖ, ਕਿਉਂਕਿ ਸਮੱਸਿਆ ਇਕੱਲੀ ਬ੍ਰਿਟਿਸ਼ ਕੋਲੰਬੀਆ ਦੀ ਨਹੀਂ ਆ, 13 ਲੱਖ ਲੋਕਾਂ ਕੋਲੇ ਡਾਕਟਰ ਉੱਧਰ ਅੰਟੈਰੀਓ ਦੇ ਵਿੱਚ ਹੈ ਨਹੀਂ। ਸਸਕਾਚਵਨ ਦੇ ਵਿੱਚ ਡਾਕਟਰ ਮੰਗ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਸਿਸਟਮ ਨੂੰ ਠੀਕ ਠਾਕ ਕਰੋ ਤਾਂ ਕਿ ਅਸੀਂ ਇਹਨੂੰ ਲੋਕਾਂ ਨੂੰ ਜਿਹੜੀ ਆ ਸੇਵਾਵਾਂ ਦੇ ਸਕੀਏ। ਹੁਣ ਨਵੇਂ ਸਿਸਟਮ ਦੇ ਵਿੱਚ ਕਿੰਨੇ ਕੁ ਲੋਕ ਆਉਣਗੇ ਅਗਲੇ ਸਾਲ ਤੋਂ, ਜਦੋਂ ਜੁਲਾਈ ਤੋਂ ਇਹ ਸਿਸਟਮ ਲਾਗੂ ਹੁੰਦਾ ਆ, ਉਹਦੇ ਤੋਂ ਬਾਅਦ ਇਹ ਚੀਜ਼ਾਂ ਪਤਾ ਲੱਗਣਗੀਆਂ ਕਿ ਕਿੱਥੇ ਕੁ ਤੱਕ ਲੋਕਾਂ ਨੂੰ ਡਾਕਟਰ ਜਿਹੜੇ ਫੈਮਿਲੀ ਫਿਜ਼ੀਸ਼ੀਅਨ ਨੇ ਉਹ ਮਿਲਦੇ ਨੇ। ਗਾਰਬੇਜ ਬਿਨ ਲੋਕਾਂ ਦੇ ਘਰਾਂ ਦੇ ਬਾਹਰ ਪਏ ਹੁੰਦੇ ਆ। ਕੈਲਗਰੀ ਦੇ ਵਿੱਚ ਇੱਕ ਸਮੱਸਿਆ ਆ ਰਹੀ ਆ ਕਿ ਜਿਹੜੇ ਗਾਰਬੇਜ ਬਿਨ ਜਦੋਂ ਰੱਖੇ ਜਾਂਦੇ ਉੱਥੇ ਬੀਅਰ ਘੁੰਮਦੇ ਆ ਜਾਂਦੇ ਆ, ਤੇ ਨਾਲ ਉਹਨਾਂ ਦੇ ਜਿਹੜੇ ਬੱਚੇ ਵੀ ਹੁੰਦੇ ਆ, ਤੇ ਉਹ ਦੱਸਦੇ ਆ ਕਿ ਉਹਨਾਂ ਦੀ ਗਿਣਤੀ ਜ਼ਿਆਦਾ ਵੱਧ ਰਹੀ। ਹੁਣ ਬੀਅਰ ਤੋਂ ਆਮ ਲੋਕਾਂ ਨੂੰ ਖਤਰਾ ਵੀ ਹੁੰਦਾ, ਕਈ ਵਾਰੀ ਕਿਸੇ ਦੇ ਉੱਤੇ ਅਟੈਕ ਵੀ ਕਰ ਸਕਦੇ। ਹਾਲਾਂਕਿ ਇੱਦਾਂ ਅਟੈਕ ਨਹੀਂ ਕਰਦੇ, ਪਰ ਜਦੋਂ ਇਹ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਆਉਂਦੇ ਆ ਤਾਂ ਖਤਰਾ ਕੁਦਰਤੀ ਤੌਰ 'ਤੇ ਬਣਿਆ ਰਹਿੰਦਾ ਤੇ ਜਾਨਵਰ ਆਪਣੇ ਬਚਾਅ ਦੇ ਲਈ ਵੀ ਕਈ ਵਾਰੀ ਦੂਜਿਆਂ ਦੇ ਉੱਤੇ ਹਮਲਾ ਕਰ ਦਿੰਦਾ। ਹੁਣ ਇਹ ਜਿਹੜੇ ਬੀਅਰ ਆ ਤੇ ਜਿਹੜੇ ਇਹ ਮਤਲਬ ਮਨੁੱਖਾਂ ਦੇ ਵਿੱਚ ਸਿੱਧੀ ਕੋਈ ਨਾ ਗੜਬੜ ਹੋਵੇ ਉਹਦੇ ਲਈ ਕੁਝ ਸਲਾਹਾਂ ਦਿੱਤੀਆਂ ਜਾ ਰਹੀਆਂ, ਤੇ ਅਲਬਰਟਾ ਵਾਈਲਡ ਲਾਈਫ ਐਕਸਪਰਟ ਇਹਦੇ ਬਾਰੇ ਵਾਰਨ ਵੀ ਕਰ ਰਹੇ ਆ, ਖਾਸ ਕਰ ਕੈਲਗਰੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿ ਤੁਹਾਡੇ ਘਰਾਂ ਦੇ ਆਲੇ ਦੁਆਲੇ ਬੀਅਰ ਕਾਫੀ ਘੁੰਮ ਰਹੇ ਆ। ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਆ ਕਿ ਤੁਸੀਂ ਇਹਨਾਂ ਤੋਂ ਖਿਆਲ ਰੱਖੋ, ਕਿਉਂਕਿ ਪਿੱਛੇ ਜੇ ਇਹਨਾਂ ਨੂੰ ਐਥੋਨਾਈਜ਼ ਕਰਨਾ ਪਿਆ 4 ਜਾਨਵਰਾਂ ਨੂੰ, ਇੱਕ ਬੀਅਰ ਤੇ ਉਹਦੇ 3 ਬੱਚੇ ਜਿਹੜੇ ਉਹਦੇ ਨਾਲ ਸੀਗੇ, ਉਹਨਾਂ ਨੂੰ ਮਤਲਬ ਮਾਰਨਾ ਪਿਆ ਸੀ ਇੱਕ ਤਰੀਕੇ ਦੇ ਨਾਲ। ਸਾਊਥ ਵੈਸਟ ਕੈਲਗਰੀ ਦੇ ਵਿੱਚ ਅਕਤੂਬਰ ਮਹੀਨੇ ਦੀ ਇਹ ਘਟਨਾ ਸੀਗੀ। ਅਲਬਰਟਾ ਫਿਸ਼ ਤੇ ਵਾਈਲਡ ਲਾਈਫ ਐਨਫੋਰਸਮੈਂਟ ਸਰਵਿਸਿਜ਼ ਇਹ ਕਹਿ ਰਹੇ ਆ ਕਿ ਘੱਟੋ ਘੱਟ ਇਹ ਜਿਹੜੇ ਸਮੱਸਿਆ ਉਹ ਇਹ ਦੱਸ ਰਹੇ ਆ ਕਿ ਇਹ ਜਾਨਵਰ ਆਮ ਤੌਰ ਦੇ ਉੱਤੇ ਜੋ ਇਹਨਾਂ ਦੀ ਜਿਹੜੀਆਂ ਕ੍ਰੌਪਸ ਨੇ ਉਹਨਾਂ ਨੂੰ ਖਾਂਦਾ ਬਾਹਰ ਜਾ ਕੇ, ਪਰ ਜਦੋਂ ਜਿਹੜਾ ਗਾਰਬੇਜ ਤੇ ਕੰਪੋਸਟ ਹੁੰਦਾ ਇਹਨਾਂ ਬਿੰਨਾਂ ਦੇ ਵਿੱਚ ਪਿਆ, ਜੇ ਇਹਨੂੰ ਉਹ ਫੂਡ ਖਾਣ ਦੀ ਆਦਤ ਪੈ ਜਾਵੇ, ਜਿਹਨੂੰ ਕਿ ਕਹਿੰਦੇ ਫੂਡ ਕੰਡੀਸ਼ਨਡ ਹੋ ਜਾਂਦੇ, ਜੇ ਇਹਨੂੰ ਉਹ ਖਾਣ ਦੀ ਆਦਤ ਪੈ ਜਾਵੇ, ਫਿਰ ਇਹ ਬਾਰ-ਬਾਰ ਉਹਨਾਂ ਇਲਾਕਿਆਂ ਦੇ ਵਿੱਚ ਆਉਂਦਾ ਤੇ ਇਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਬਿੰਨ ਪਏ ਆ, ਤੇ ਉਹਨਾਂ ਨੂੰ ਖੋਲ੍ਹ ਕੇ ਤੇ ਉਹਨਾਂ ਨੂੰ ਖਾਂਦਾ ਆ। ਵੀ ਘੱਟੋ ਘੱਟ ਉੱਥੇ ਫਿਰ ਇੱਕ ਸੀਰੀਅਸ ਰਿਸਕ ਹੋ ਸਕਦਾ ਵੀ ਇਹ ਆਇਆ ਤਾਂ ਉਸ ਇਲਾਕੇ ਦੇ ਵਿੱਚ ਆ, ਜਾਂ ਆਏ ਤਾਂ ਇਹ ਜਾਨਵਰ ਉਸ ਇਲਾਕੇ ਦੇ ਵਿੱਚ ਆ, ਪਰ ਉਹਦੇ ਨਾਲ ਕੁਦਰਤੀ ਲੋਕਾਂ ਦੇ ਉੱਤੇ ਅਟੈਕ ਕਰ ਸਕਦੇ ਆ। ਤੇ ਔਰ ਇਹ ਦੇਖੇ ਬਹੁਤ ਗਏ ਕਿਉਂਕਿ ਹੁਣ ਸਾਰਿਆਂ ਦੇ ਸਿਕਿਉਰਿਟੀ ਕੈਮਰੇ ਲੱਗੇ ਆ, ਉਹਨਾਂ ਦੇ ਵਿੱਚ ਪਤਾ ਬਹੁਤ ਲੱਗ ਰਿਹਾ। ਕਈ ਥਾਵਾਂ ਦੇ ਉੱਤੇ ਜਦੋਂ ਇੱਕ ਵਾਰੀ ਉਹਨੂੰ ਪਤਾ ਲੱਗ ਜਾਵੇ ਜਿਹੜਾ ਗਾਰਬੇਜ ਆ ਜਾਂ ਕੰਪੋਸਟ ਆ ਇਹ ਬਹੁਤ ਈਜ਼ੀ ਸੋਰਸ ਆ ਉਹਦੇ ਲਈ, ਤੇ ਉਹ ਬਾਰ-ਬਾਰ ਕਹਿੰਦੇ ਉਸ ਕਮਿਊਨਿਟੀ ਦੇ ਵਿੱਚ ਨੇੜੇ ਤੇੜੇ ਆਉਣਾ ਸ਼ੁਰੂ ਕਰ ਦਿੰਦੇ ਆ। ਤੇ ਇੱਕ ਔਨਗੋਇੰਗ ਇਸ਼ੂ ਇਸ ਵੇਲੇ ਕੈਲਗਰੀ ਦੇ ਵਿੱਚ ਬਣ ਰਿਹਾ ਆ। ਲੋਕਾਂ ਨੂੰ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਜਿਹੜੇ ਆਪਣੇ ਬਿਨਸ ਨੇ ਬਾਹਰ ਰੱਖਦੇ ਆ, ਉਹਦਾ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਮਤਲਬ ਬੀਅਰ ਪ੍ਰੂਫ ਕੀਤਾ ਜਾਵੇ, ਜਾਂ ਉਹਨਾਂ ਨੂੰ ਚੱਕ ਲਿਆ ਜਾਵੇ ਜਦੋਂ ਉਹ ਪਿਕ ਕਰਕੇ ਲੈ ਜਾਂਦੇ ਆ, ਉਹਦੇ ਤੋਂ ਬਾਅਦ ਉਹਨੂੰ ਬਹੁਤਾ ਚਿਰ ਬਾਹਰ ਨਾ ਰੱਖਿਆ ਜਾਵੇ। ਕੋਈ ਵੀ ਇੱਦਾਂ ਦੀ ਚੀਜ਼ ਨਾ ਰੱਖੀ ਜਾਵੇ ਜਿਹਦੇ ਨਾਲ ਕਿ ਇੱਥੇ ਆਉਂਦੇ ਆ। ਤੇ ਔਰ ਪਲੈਨਿੰਗ ਜਿਹੜੀ ਕਹਿੰਦੇ ਘੱਟੋ ਘੱਟ ਜ਼ਰੂਰ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਜਿਹੜਾ ਰੀਸਾਈਕਲਿੰਗ ਡਿਪਾਰਟਮੈਂਟ ਆ ਉਹ ਲੋਕਾਂ ਨੂੰ ਇਹ ਕਹਿ ਰਹੇ ਆ ਕਿ ਸਿਰਫ ਜਿੱਦਣ ਤੁਹਾਡੇ ਉਹਨਾਂ ਨੇ ਆਉਣਾ ਆ ਪਿਕ ਕਰਨ ਉਹ ਟਰੱਕ ਨੇ, ਉਦਣ ਹੀ ਬਿਨ ਬਾਹਰ ਰੱਖੇ ਜਾਣ ਤੇ ਉਦਣ ਹੀ ਚੱਕ ਲੈ ਜਾਣ। ਇੱਕ ਰਾਤ ਪਹਿਲਾਂ ਰੱਖ ਕੇ ਤੇ ਇੱਕ ਰਾਤ ਬਾਅਦ ਦੇ ਵਿੱਚ ਨਾ ਚੱਕਿਆ ਜਾਵੇ। ਤੇ ਦੂਜੀ ਗੱਲ ਆ ਵੀ ਜਿਹੜੇ ਉਹ ਚੱਕਦੇ ਆ ਜਿਹੜੇ ਉਹ ਬਿਨਸ ਨੇ ਉਹਨਾਂ ਨੂੰ ਰੈਗੂਲਰਲੀ ਕਲੀਨ ਕੀਤਾ ਜਾਵੇ ਤੇ ਉਹਨਾਂ ਨੂੰ ਸਿਕਿਉਰ ਲੋਕੇਸ਼ਨ ਦੇ ਉੱਤੇ ਰੱਖਿਆ ਜਾਵੇ ਜਿੱਥੇ ਉਹਨਾਂ ਨੂੰ ਰੱਖਿਆ ਜਾਣਾ ਚਾਹੀਦਾ। ਜਿਹੜੀ ਇਸ ਵੇਲੇ ਸਿਚੁਏਸ਼ਨ ਆ ਉਹਦੇ ਬਹੁਤ ਸਾਰੇ ਉਹਨਾਂ ਨੇ ਹੱਲ ਵੀ ਦੱਸੇ ਆ, ਤੇ ਪਰ ਕਿਉਂਕਿ ਬਹੁਤ ਸਾਰੀ ਇਹਨਾਂ ਦੀ ਦੇਖਣਾ ਵੱਧ ਗਿਆ ਕਾਫੀ ਜ਼ਿਆਦਾ। ਜਿਹੜੀ ਬੀਅਰ ਸਾਈਟਿੰਗ ਆ ਉਹ 3 ਗੁਣਾ ਹੋ ਗਈ ਕੈਲਗਰੀ ਦੇ ਵਿੱਚ, ਸਿਟੀ ਆਫ ਕੈਲਗਰੀ ਦੇ ਹਿਸਾਬ ਦੇ ਨਾਲ। 93 ਕਾਲ ਆਈਆਂ ਜਿਹੜੀਆਂ ਪਿਛਲੇ ਸਾਲ, ਇਸ ਸਾਲ ਜਿਹੜਾ ਹੁਣ ਤੱਕ ਜਿੱਥੇ ਤੱਕ 2022 ਦੇ ਵਿੱਚ 93 ਕਾਲ ਆਈਆਂ ਉਹਨਾਂ ਨੂੰ ਕਿ ਇੱਥੇ ਬੀਅਰ ਫਿਰਦਾ ਆ, ਇਹਨੂੰ ਆ ਕੇ ਦੇਖੋ। ਤੇ ਜਿਹੜੀਆਂ ਲਾਸਟ ਈਅਰ ਸਿਰਫ 36 ਸੀਗੀਆਂ, ਸੋ 36 ਪੂਰੇ ਸਾਲ ਦੇ ਵਿੱਚ ਸੀਗੀਆਂ। ਅਜੇ 2 ਮਹੀਨੇ ਪਏ ਆ ਤੇ 93 ਕਾਲਸ ਹੁਣ ਤੱਕ ਹੀ ਆ ਚੁੱਕੀਆਂ ਆ। ਇਹਦਾ ਮਤਲਬ ਮਸਲਾ ਥੋੜ੍ਹਾ ਜਿਹਾ ਇਹ ਗੰਭੀਰ ਆ। ਇਕੱਲੇ ਸਤੰਬਰ ਦੇ ਵਿੱਚ ਹੀ 45 ਸੀਗੀਆਂ ਤੇ ਇਹ ਵੱਡੀ ਗਿਣਤੀ ਸੀਗੀ ਜਿਹਦੇ ਵਿੱਚ ਬਲੈਕ ਬੀਅਰ ਜਿਹੜੇ ਉੱਥੇ ਫਿਰ ਤੁਰ ਰਹੇ ਆ। ਇੱਥੇ ਕਈ ਥਾਵਾਂ ਦੇ ਉੱਤੇ ਡਿਸਕਵਰੀ ਰਿਜ ਵਾਲੇ ਪਾਸੇ ਉਹਦੇ ਨੇਬਰਹੁੱਡ ਦੇ ਵਿੱਚ 17 ਅਕਤੂਬਰ ਨੂੰ 11 ਵਜੇ ਰਾਤ ਨੂੰ ਜਿਹੜੇ ਇਹ ਉੱਥੇ ਦੇਖੇ ਗਏ ਆ। ਤੁਹਾਡੇ ਆਲੇ ਦੁਆਲੇ ਘਰਾਂ ਦੇ ਵੀ ਹੋ ਸਕਦੇ ਆ। ਜੇ ਕਿਸੇ ਬੱਚੇ ਨਾਲ ਵੱਡੇ ਨਾਲ ਇਹਨਾਂ ਦੀ ਇੰਟਰੈਕਸ਼ਨ ਹੋ ਜਾਂਦੀ ਹੈ, ਹਮਲਾ ਵੀ ਕਰ ਸਕਦੇ ਆ, ਨੁਕਸਾਨ ਵੀ ਪਹੁੰਚ ਸਕਦਾ ਆ।
ਥੋੜ੍ਹਾ ਜਿਹਾ ਸੋਰਸ ਇਹਨਾਂ ਦਾ ਇੱਕੋ ਇੱਕ ਜਿਹੜੇ ਬਿਨ ਬਾਹਰ ਰੱਖਿਆ ਉਹਨਾਂ ਦੇ ਵਿੱਚੋਂ ਖਾਣ ਪੀਣ ਦੇ ਲਈ ਆਉਂਦੇ ਆ, ਅਤੇ ਜਦੋਂ ਇਹਨਾਂ ਨੂੰ ਇੱਕ ਵਾਰੀ ਉਹ ਕੁਛ ਖਾਣ ਦੀ ਆਦਤ ਪੈ ਜਾਂਦੀ ਫਿਰ ਬਾਰ-ਬਾਰ ਉੱਥੇ ਆਉਂਦੇ ਆ। ਜਿੱਥੇ ਕਿਤੇ ਵੀ ਤੁਹਾਡੇ ਨੇੜੇ ਹੈ ਉੱਥੇ ਥੋੜ੍ਹਾ ਜਿਹਾ ਬਚਾਅ ਰੱਖਿਆ ਜਾਵੇ। ਕਾਰਨ ਕਈ ਦੱਸਦੇ ਆ ਜਿਹੜੀ ਬੇਰੀ ਦੀ ਕਰੋਪ ਆ ਉਹ ਵੀ ਕਹਿੰਦੇ ਐਤਕੀ ਮਾੜੀ ਹੋਈ ਹੈ। ਇਹਨਾਂ ਦੇ ਪ੍ਰਾਇਮਰੀ ਫੂਡ ਸੋਰਸ ਜਿਹੜਾ ਸਮਰ ਦੇ ਵਿੱਚ ਬੇਰੀਜ਼ ਹੀ ਹੁੰਦਾ, ਜਿਹੜੀ ਬਫਲੋ ਬੈਰੀਜ਼ ਅਤੇ ਦੂਜੀਆਂ ਹੈਗੀਆਂ, ਅਤੇ ਉਹਦੇ ਤੋਂ ਬਾਅਦ ਹੁਣ ਜਿਹੜਾ ਉਹ ਲਗਭਗ ਸਾਰਾ ਕੁਝ ਫੇਲ ਹੋ ਗਿਆ, ਅਤੇ ਉਹਦੇ ਤੋਂ ਬਾਅਦ ਹੁਣ ਦੂਜੇ ਫੂਡ ਦੇ ਪਾਸੇ ਆਉਂਦੇ ਆ, ਅਤੇ ਇਹਨਾਂ ਦਾ ਦੂਜਾ ਵੱਡਾ ਸੋਰਸ ਜਿਹੜਾ ਘਰਾਂ ਦੇ ਬਾਹਰ ਪਏ ਵਿੰਨ ਹੁੰਦੇ ਆ, ਉਹਨੂੰ ਸਿਰਫ ਉਸ ਦਿਨ ਹੀ ਬਾਹਰ ਰੱਖਿਆ ਜਾਵੇ ਅਤੇ ਬਾਅਦ ਦੇ ਵਿੱਚ ਉਹਨੂੰ ਅੰਦਰ ਕਰ ਲਿਆ ਜਾਵੇ। ਇਸ ਗੱਲ ਦੀ ਖਾਸ ਤੌਰ ਦੇ ਉੱਤੇ ਹਦਾਇਤ ਦਿੱਤੀ ਜਾ ਰਹੀ ਆ, ਖਾਸ ਕਰ ਕੈਲਗਰੀ ਦੇ ਵਿੱਚ। ਅਗਲੀ ਖਬਰ ਵਿਨੀਪੈਗ ਦੀ ਆ। ਵਿਨੀਪੈਗ ਪੁਲਿਸ ਨੇ ਅੱਜ ਅਰੈਸਟ ਵੀ ਕੀਤੀ ਆ ਅਤੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਆ। ਉਹਦਾ ਮਾਮਲਾ ਆ ਕਿ ਕੈਨਾਬਸ ਕੈਂਡੀਜ਼ ਜਿਹੜੀਆਂ ਭੰਗ ਵਾਲੀਆਂ ਕੈਂਡੀ ਸੀਗੀਆਂ ਉਹ ਪੈਕ ਕੀਤੀਆਂ ਆ, ਜਿਹੜੇ ਟਿਕ ਔਰ ਟ੍ਰੀਟਰਸ ਆ ਉਹਨਾਂ ਨੂੰ ਦਿੱਤੀਆਂ ਗਈਆਂ ਸਾਊਥ ਟੈਕਸੀਡੋ ਨੇਬਰਹੁੱਡ ਦੇ ਵਿੱਚ ਸੋਮਵਾਰ ਰਾਤ ਨੂੰ ਹੈਲੋਵੀਨ ਵਾਲੇ ਦਿਨ। ਕੈਂਡੀਜ਼ ਬਹੁਤ ਧਿਆਨ ਨਾਲ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ, ਖਾਸ ਤੌਰ ਦੇ ਉੱਤੇ ਕਿ ਓਪਨ ਨਾ ਹੋਣ, ਪੈਕ ਦੇ ਵਿੱਚ ਹੋਣ, ਪਰ ਇਹ ਪੈਕਡ ਕੈਂਡੀਜ਼ ਜਿਹਦੇ ਵਿੱਚ ਕਿ ਇਹ ਕੈਨਾਬਸ ਸੀਗੀ, ਭੰਗ ਸੀਗੀ, ਇਹ ਦਿੱਤੀ ਗਈ ਆ। ਨਿਊਜ਼ ਕਾਨਫਰੰਸ ਅੱਜ ਉਹਨਾਂ ਨੇ ਕੀਤੀ ਆ ਜਿਹੜੀ ਪੁਲਿਸ ਵਾਲਿਆਂ ਨੇ, ਉਹਦੇ ਵਿੱਚ ਉਹਨਾਂ ਨੇ ਦੱਸਿਆ ਆ ਕਿ ਜਿਹੜਾ ਪੈਕੇਜ ਆ ਉਹ ਦੱਸਦੇ ਆ ਕਿ ਉਸ ਜਿਹਦੇ ਵਿੱਚ ਉਹਨਾਂ ਨੇ ਕੈਂਡੀ ਪਾ ਕੇ ਦਿੱਤੀ ਆ 600 ਜਿਹੜੀ ਮਿਲੀਗ੍ਰਾਮ ਆ ਉਹ ਟੈਟਰਾਹਾਈਡਰੋ ਕੈਨਾਬਿਨੋਲ। ਸੋ ਟੈਟਰਾਹਾਈਡਰੋ ਕੈਨਾਬਿਨੋਲ ਇੱਕ THC ਕਰਕੇ ਕੈਮੀਕਲ ਆ ਜਿਹੜਾ ਖਾਸ ਤੌਰ ਦੇ ਉੱਤੇ ਮੈਰਵਾਨਾ ਦੇ ਵਿੱਚ ਪਾਇਆ ਜਾਂਦਾ ਹੈ, ਕੈਮੀਕਲ ਭੰਗ ਦੇ ਵਿੱਚ, ਅਤੇ ਉਹਦੀ ਅਮਾਊਂਟ ਜਿਹੜੀ ਆ ਇਹ ਐਡੀਬਲ ਇੱਕ ਕੈਂਡੀ ਦੇ ਵਿੱਚ 10 ਮਿਲੀਗ੍ਰਾਮ ਆ। ਸੋ ਉਹ ਜਿਹੜੀ ਕੈਂਡੀ ਬੱਚਿਆਂ ਨੂੰ ਦੇ ਦੇਣੀ ਜਾਂ ਲੋਕਾਂ ਨੂੰ ਦੇ ਦੇਣੀ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ, ਉਹਦੇ ਤੋਂ ਬਾਅਦ 5-6 ਇੱਦਾਂ ਦੀਆਂ ਰਿਪੋਰਟਸ ਪੁਲਿਸ ਦੇ ਕੋਲ ਪਹੁੰਚੀਆਂ ਲਗਭਗ ਇਸ ਸਮੇਂ ਦੇ ਵਿੱਚ ਸਾਊਥ ਟਕਸੀਡੋ ਦੇ ਏਰੀਆ ਦੇ ਵਿੱਚ। ਵਿਨੀਪੈਗ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਆ ਔਰ ਉਹਨਾਂ ਨੇ ਫਿਰ ਡਰ ਗਏ ਇਸ ਗੱਲ ਤੋਂ। ਇੱਕ 9 ਸਾਲ ਦੀ ਜਿਹੜੀ ਬੱਚੀ ਸੀਗੀ ਉਹਦੀ ਜਦੋਂ ਉਹਨਾਂ ਨੇ ਉਹ ਕੈਂਡੀ ਜਦੋਂ ਘਰ ਲੈ ਕੇ ਆਏ ਹੈਲੋਵੀਨ ਬੈਗ ਦੇ ਵਿੱਚ, ਅਤੇ ਉਹਨੇ ਜਦੋਂ ਦੇਖਿਆ ਤੇ ਉਹ ਡਰ ਗਈ ਇਸ ਗੱਲ ਤੋਂ। ਫਿਰ ਉਸ ਮਾਂ ਨੇ ਜਿੰਨੇ ਉਹਦੇ ਨਾਲ ਬੱਚੇ ਗਏ ਸੀ ਉਹਨਾਂ ਨੂੰ ਦੱਸਿਆ ਔਰ ਦੱਸਦੇ ਆ ਕਿ ਜਿਹੜੀਆਂ ਇਹ ਜ਼ਿਪ ਸੈਂਡਵਿਚ ਬੈਗ ਹੁੰਦੇ ਆ ਉਹਦੇ ਵਿੱਚ ਪਾਈਆਂ ਫੁੱਲ ਸਾਈਜ਼ ਦੀ ਚਾਕਲੇਟ ਬਾਰ, ਪੁਲਿਸ ਕਹਿੰਦੀ ਆ। ਹਾਲਾਂ ਤੱਕ ਕਿਸੇ ਬੱਚੇ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਜਾਂ ਕਿਸੇ ਨੇ ਖਾਧੀ ਨਹੀਂ ਆ, ਪਰ ਉਹਨਾਂ ਨੇ ਪੁਲਿਸ ਨੇ ਵਾਰਨਿੰਗ ਵੀ ਦਿੱਤੀ ਆ ਵਿਨੀਪੈਗ ਦੇ ਵਿੱਚ ਜਿਹੜੇ ਪੇਰੈਂਟਸ ਨੂੰ ਕਿ ਜੇ ਬੱਚੇ ਕੈਂਡੀਜ਼ ਲੈ ਕੇ ਆਏ ਤਾਂ ਘੱਟੋ ਘੱਟ ਉਹਨੂੰ ਦੇਖ ਲਓ। ਜਿੰਨੀਆਂ ਰਿਪੋਰਟਸ ਉਹਨਾਂ ਦੇ ਕੋਲ ਆ ਰਹੀਆਂ ਕਿ ਐਡੀਬਲ ਇੱਕ ਬੜੀ ਕਲਰਡ ਜੀ ਪੈਕਿੰਗ ਆ ਜਿਹੜੀ ਦਿੱਤੀ ਗਈ ਆ ਸੋਮਵਾਰ ਰਾਤ ਨੂੰ ਉਹਨਾਂ ਨੂੰ, ਅਤੇ ਉਹਦੇ ਤੋਂ ਬਾਅਦ ਜਿਹੜੀ ਹੈਲੋਵੀਨ ਬੈਗਸ ਦੇ ਵਿੱਚ ਜਿਹੜੇ ਇਹ ਸੀਗੇ ਇਹਨਾਂ ਦੇ ਵਿੱਚ ਜਦੋਂ ਦੇਖੀ ਆ ਤਾਂ ਫਿਰ ਉਹਨਾਂ ਨੇ ਬਾਕੀ ਘਰਦਿਆਂ ਨੂੰ ਫੋਨ ਕੀਤੇ ਜਿਹੜੇ ਬੱਚੇ ਉਹਨਾਂ ਦੇ ਨਾਲ ਗਏ ਸੀ ਕਿ ਤੁਸੀਂ ਜਿਹੜਾ ਇਹਨੂੰ ਦੇਖਿਆ ਜਾਵੇ। ਔਰ ਉਹ ਕੈਂਡੀਜ਼ ਕਹਿੰਦੇ ਇੱਥੇ ਵਿਕਦੀਆਂ ਵੀ ਨਹੀਂ ਵੀ ਕਿੱਥੋਂ ਆਈਆਂ, ਕਿਸ ਤਰੀਕੇ ਨਾਲ ਆਈਆਂ, ਔਰ ਕਿੰਨੇ ਉਹਦੇ ਵਿੱਚ ਜਿਹੜੀ ਇਹ ਇੱਕ ਕਿਸਮ ਦੀ ਡਰੱਗ ਹੀ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਸੀਗੀ। ਹੁਣ ਇਹਦੀ ਪੁੱਛ ਪੜਤਾਲ ਕੀਤੀ ਜਾ ਰਹੀ ਆ। ਅਤੇ ਕੁਛ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇੱਦਾਂ ਦੀ ਗੱਲਬਾਤ ਹੋਈ ਸੀ। ਰਿਚਮੰਡ ਦੇ ਵਿੱਚ ਇੱਕ ਬੱਚੇ ਨੂੰ ਹਸਪਤਾਲ ਲਿਜਾਣਾ ਪਿਆ ਜਦੋਂ ਉਹਨੇ ਲਗਭਗ ਉਸੇ ਤਰ੍ਹਾਂ ਦੀ ਕੈਂਡੀ ਸੋਮਵਾਰ ਨੂੰ ਇੱਥੇ ਖਾ ਲਈ ਸੀ। RCMP ਨੇ ਇੱਥੇ ਵੀ ਰਿਪੋਰਟ ਦਿੱਤੀ ਸੀਗੀ ਔਰ ਪੇਰੈਂਟਸ ਨੂੰ ਇੱਥੇ ਵੀ ਵਾਰਨ ਕੀਤਾ ਸੀ ਕਿ ਜਿਹੜੇ ਬੱਚੇ ਆ ਉਹ ਕੈਂਡੀਆਂ ਖਾ ਰਹੇ ਆ ਜਿਹਦੇ ਵਿੱਚ THC ਆ, ਮਤਲਬ ਉਹ ਜਿਹੜੀ ਕੈਮੀਕਲ ਆ ਜਿਹੜਾ ਭੰਗ ਦੇ ਵਿੱਚ ਹੁੰਦਾ ਆ, ਅਤੇ ਇਹਦੇ ਨਾਲ ਸਿੱਧਾ ਹੀ ਮਤਲਬ ਨੁਕਸਾਨ ਹੁੰਦਾ ਹੈ। ਔਰ ਇਹ ਵੀ ਉਹ ਦੱਸਦੇ ਆ ਕਿ ਇਹ ਜਿਹੜੀਆਂ ਕੈਂਡੀਜ਼ ਆ BC ਦੇ ਵਿੱਚ ਜਿਹੜੀਆਂ ਸੀਗੀਆਂ ਖਾਣ ਦਾ ਇੱਕ ਅੱਧੀ ਘਟਨਾ ਹੀ ਸਾਹਮਣੇ ਆਈ ਆ, ਪਰ ਵਿਨੀਪੈਗ ਦੇ ਵਿੱਚ 6-7 ਘਟਨਾਵਾਂ ਇੱਕ ਥਾਂ ਦੇ ਉੱਤੇ ਵਾਪਰ ਗਈਆਂ। ਉੱਥੇ ਪੁਲਿਸ ਜ਼ਿਆਦਾ ਚਿੰਤਤ ਆ। ਇਸ ਗੱਲ ਦਾ ਅੱਗੇ ਤੋਂ ਵੀ ਖਿਆਲ ਰੱਖਣਾ ਚਾਹੀਦਾ, ਅਤੇ ਹੁਣ ਵੀ ਜਿਹਨਾਂ ਬੱਚਿਆਂ ਦੇ ਘਰੋਂ ਕੈਂਡੀਜ਼ ਪਈਆਂ ਉਹਨਾਂ ਦੇ ਵਿੱਚ ਮਾਪਿਆਂ ਨੂੰ ਖਾਸ ਕਰਕੇ ਵਿਨੀਪੈਗ ਦੇ ਵਿੱਚ ਇਹਨੂੰ ਦੇਖ ਲੈਣੀਆਂ ਚਾਹੀਦੀਆਂ ਕਿ ਉਹ ਕਿਹੜੀਆਂ ਕੈਂਡੀਜ਼ ਨੇ। ਫਲੋਰਸੈਂਟ ਕਲਰ ਦੇ ਕਹਿੰਦੇ ਪੈਕੇਜਸ ਆ ਇਹ, ਅਤੇ ਜਿਹੜੇ ਇਹਨਾਂ ਬੱਚਿਆਂ ਦੇ ਕੋਲੋਂ ਮਿਲੇ ਆ। ਟੋਰਾਂਟੋ ਦੀ ਇੱਕ ਘਟਨਾ ਸਾਹਮਣੇ ਆਈ ਹੈ ਜਿਹਦੇ ਵਿੱਚ ਇੱਕ 84 ਸਾਲ ਦੀ ਔਰਤ ਆਪਣੇ ਬੱਚਿਆਂ ਦੇ ਨਾਲ ਉੱਥੇ ਗਈ ਆ ਬੈਰੀ ਦੇ ਵਿੱਚ, ontario ਦੇ ਵਿੱਚ ਉਹ ਡਰਾਈਵ ਕਰਦੀ ਆ, ਅਤੇ ਉਹਨੇ ਰੈਂਟ ਕਰਨ ਦੇ ਲਈ ਮਿਸੀਸਾਗਾ ਦੇ ਵਿੱਚ ਇੱਕ ਰੈਂਟਲ ਕਾਰ ਫਰੈਂਚਾਈਜ਼ੀਜ਼ ਦੇ ਕੋਲ ਗ੍ਰੀਨ ਮੋਸ਼ਨ ਉਹਦਾ ਨਾਂ ਦੱਸਦੇ ਆ, ਉੱਥੇ ਜਾ ਕੇ ਮਿਨੀ ਵੈਨ ਰੈਂਟ ਕਰਨ ਦੇ ਲਈ ਗਈ ਹੈ। ਕੰਪਨੀ ਨੂੰ ਉਹਨੇ ਕਿਹਾ ਵੀ ਮੈਂ ਮਿਨੀ ਵੈਨ ਰੈਂਟ ਕਰਨੀ ਹੈ, ਅਤੇ ਕੰਪਨੀ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਵੈਨ ਨਹੀਂ ਦੇ ਸਕਦੇ ਕਿਉਂਕਿ ਤੁਹਾਡੀ ਉਮਰ 84 ਸਾਲ ਆ, 80 ਸਾਲ ਤੋਂ ਉੱਤੇ ਅਸੀਂ ਵੈਨ ਦਿੰਦੇ ਹੀ ਨਹੀਂ। ਉਹ ਔਰਤ ਕਹਿ ਰਹੀ ਹੈ ਕਿ ਮੈਨੂੰ ਅੱਜ ਤੱਕ ਕੋਈ ਸਪੀਡਿੰਗ ਟਿਕਟ ਨਹੀਂ ਹੈ, ਮੈਨੂੰ ਕਦੇ ਕੋਈ ਐਕਸੀਡੈਂਟ ਟਿਕਟ ਨਹੀਂ ਮਿਲੀ, ਮੈਂ ਬਹੁਤ ਵਧੀਆ ਗੱਡੀ ਚਲਾਉਣੀ ਹੈ, ਸਰਕਾਰ ਨੇ ਮੈਨੂੰ ਲਾਇਸੈਂਸ ਦਿੱਤਾ, ਮਹਿਕਮੇ ਨੇ, ਤੁਸੀਂ ਮੈਨੂੰ ਡਿਨਾਈ ਕਿੱਦਾਂ ਕਰ ਸਕਦੇ। ਪਰ ਉਹ ਕਹਿੰਦੇ ਸਾਡੀ ਪਾਲਿਸੀ ਇਹ ਆ ਕਿ ਅਸੀਂ ਨਹੀਂ ਦੇ ਸਕਦੇ। ਪਰਿਵਾਰ ਅਸਲ ਦੇ ਵਿੱਚ ਇੱਥੋਂ ਟੋਰਾਂਟੋ ਤੋਂ ਨਿਊ ਬਰਨਸਵਿਕ ਜਾਣਾ ਚਾਹੁੰਦਾ ਸੀ ਜਿੱਥੇ ਉਹਨਾਂ ਦੀ ਬੇਟੀ ਆ, ਉਹਨਾਂ ਦਾ ਸਨ ਇਨ ਲਾ ਆ, ਅਤੇ ਉੱਥੇ ਜਾ ਕੇ ਉਹ ਸਾਰਾ ਪਰਿਵਾਰ ਇਕੱਠੇ ਉੱਥੇ ਪਲਾਨ ਕਰ ਰਹੇ ਸੀ ਕਿ ਜਿਹੜੀਆਂ ਡਰਾਈਵ ਅਲੱਗ-ਅਲੱਗ ਕਰਕੇ ਅਸੀਂ ਉੱਥੇ ਚਲੇ ਜਾਵਾਂਗੇ। ਅਤੇ ਉੱਥੇ ਦੱਸਦੇ ਕਿ 2 ਵਹੀਕਲ ਉਹਨਾਂ ਨੂੰ ਲਿਜਾਣੇ ਪਏ,
ਤੇ 2 ਜਣਿਆਂ ਨੂੰ ਉਹ ਚਲਾਉਣੇ ਪਏ। ਤੇ ਉਹ ਔਰਤ ਇਹ ਕਹਿ ਰਹੀ ਆ ਕਿ ਜਿਹੜੀ ਤੁਸੀਂ ਕਿਸੇ ਵੀ ਬੰਦੇ ਨੂੰ ਉਹਦੀ ਏਜ ਦੇ ਨਾਲ ਜੱਜ ਨਾ ਕਰੋ ਵੀ ਇਹਦੀ ਉਮਰ ਆਹ ਤੇ ਆ, ਇਹ ਕੰਮ ਕਰ ਸਕਦਾ ਜਾਂ ਇਹ ਕੰਮ ਨਹੀਂ ਕਰ ਸਕਦਾ। ਉਹ ਔਰਤ ਜਦੋਂ ਉੱਥੇ ਇੰਨਾ ਜਾ ਕੇ ਹੁਣ 2 ਵਹੀਕਲ ਦੇ ਵਿੱਚ 1300 ਕਿਲੋਮੀਟਰ ਜਾ ਕੇ ਜਦੋਂ ਵਾਪਸ ਆਈ, ਉਹ ਕਹਿੰਦੀ ਮੇਰਾ ਜੀ ਕਰਦਾ ਵੀ ਮੈਂ ਗ੍ਰੀਨ ਮੋਸ਼ਨ ਕੰਪਨੀ ਦੇ ਕੋਲ ਜਾ ਕੇ ਦੱਸਾਂ ਉਹਨਾਂ ਨੂੰ ਵੀ ਮੈਂ ਡਰਾਈਵ ਕਰਕੇ 1300 ਕਿਲੋਮੀਟਰ ਵਾਪਸ ਆਈ ਹਾਂ ਤੇ ਤੁਸੀਂ ਮੈਨੂੰ ਇਸ ਕਰਕੇ ਕਾਰ ਨਹੀਂ ਦੇ ਰਹੇ, ਮਿਨੀ ਵੈਨ ਨਹੀਂ ਦੇ ਰਹੇ ਕਿ ਮੇਰੀ ਜਿਹੜੀ ਉਮਰ ਬਹੁਤ ਜ਼ਿਆਦਾ ਹੈ। ਦੂਜਾ ਉਹ ਕਹਿੰਦੇ ਵੀ ਕੋਈ ਉਮਰ ਵਾਲਾ ਵੀ ਬੈਡ ਡਰਾਈਵਰ ਹੋ ਸਕਦਾ, ਕੋਈ ਬੰਦੇ ਕੋਲੋਂ ਵੀ ਗਲਤੀ ਹੋ ਸਕਦੀ ਹੈ। ਦਰਅਸਲ ਮਾਮਲਾ ਇਹ ਹੈ ਕਿ UK ਬੇਸਡ ਰੈਂਟਲ ਕਾਰ ਕੰਪਨੀ ਹੈ ਜਿਹੜੀ ਫਰੈਂਚਾਈਜ਼ੀ ਇਹਦੇ ਵਰਲਡ ਵਾਈਡ ਆ, ਪੂਰੀ ਦੁਨੀਆ ਦੇ ਵਿੱਚ ਹੈਗੇ ਆ। 2 ਕੈਨੇਡੀਅਨ ਲੋਕੇਸ਼ਨ ਨੇ ਇਹਨਾਂ ਦੀਆਂ, ਮਿਸੀਸਾਗਾ ਤੇ ਵੈਸਟ ਆਫ ਟੋਰਾਂਟੋ ਦੇ ਵਿੱਚ। ਗ੍ਰੀਨ ਮੋਸ਼ਨ ਜਿਹੜੀਆਂ ਉਹਦੀਆਂ ਟਰਮਸ ਤੇ ਕੰਡੀਸ਼ਨਸ ਆ ਡਰਾਈਵਰ ਦੇ ਲਈ ਕੈਨੇਡਾ ਦੇ ਵਿੱਚ ਇਹ ਆ ਕਿ ਜਿਹੜੀ ਉਮਰ ਆ ਉਹ 23 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ, 80 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹੁਣ ਇਹ ਇਕੱਲੀ ਕੰਪਨੀ ਲੱਗਦੀ ਆ ਜਿਹਦੇ ਵਿੱਚ 80 ਸਾਲ ਤੋਂ ਵੱਧ ਨਹੀਂ ਹੁੰਦੀ। ਆਮ ਤੌਰ ਤੇ ਕੰਪਨੀਆਂ ਦੇ ਵਿੱਚ ਜਿਹੜੇ ਮੇਜਰ ਵਹੀਕਲ ਰੈਂਟਲ ਕੰਪਨੀਜ਼ ਨੇ ਕੈਨੇਡਾ ਦੇ ਵਿੱਚ, ਉਹਨਾਂ ਦੀ ਮਿਨੀਮਮ ਏਜ ਰਿਕੁਆਇਰਮੈਂਟ ਤਾਂ ਹੈਗੀ ਆ, ਪਰ ਅੱਪਰ ਏਜ ਰਿਕੁਆਇਰਮੈਂਟ ਉਹਦੇ ਵਿੱਚ ਕੋਈ ਨਹੀਂ ਆ ਵੀ ਜਿੰਨਾ ਚਿਰ ਉਹਦੇ ਕੋਲੇ ਲਾਇਸੈਂਸ ਹੈਗਾ ਆ ਘੱਟੋ ਘੱਟ ਉਹਨਾਂ ਚਿਰ ਉਹ ਚਲਾ ਸਕਦੀ ਹੈ। ਜਿਹੜੀ ਗ੍ਰੀਨ ਮੋਸ਼ਨ ਇੰਟਰਨੈਸ਼ਨਲ ਆ ਉਹ ਕਹਿੰਦੇ ਵੀ ਸਾਡੇ ਕੋਲ ਜਿਹੜੀ ਇਹ ਇੰਸ਼ੋਰੈਂਸ ਦੀ ਕਿਉਂਕਿ ਮੰਗ ਆ, ਇਸ ਕਰਕੇ ਅਸੀਂ ਤਾਂ ਉਹਦੇ ਹਿਸਾਬ ਨਾਲ ਚੱਲਦੇ ਹਾਂ, ਅਸੀਂ ਇਹਨਾਂ ਨੂੰ ਨਹੀਂ ਦੇ ਸਕਦੇ। ਦੂਜੇ ਪਾਸੇ ਜਦੋਂ ਇਹ ਦੇਖਿਆ ਗਿਆ ਕਿ ਕੰਪਨੀਆਂ ਦੀਆਂ ਪੋਲਿਸੀਜ਼ ਹੈ ਕੀਆਂ, ਤਾਂ ਬਹੁਤ ਸਾਰੀਆਂ ਕੰਪਨੀਆਂ ਇਸ ਗੱਲ ਦੇ ਵਿੱਚ ਜਿਹੜੀਆਂ ਕਾਰਾਂ ਰੈਂਟ ਕਰ ਦਿੰਦੀਆਂ ਆ। ਦੂਜੇ ਪਾਸੇ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਹ ontario ਹਿਊਮਨ ਰਾਈਟ ਕੋਡ ਹੈ, ਉਹਦੀ ਵਾਇਓਲੇਸ਼ਨ ਆ ਕਿ ਤੁਸੀਂ ਕਿਸੇ ਬੰਦੇ ਨੂੰ ਕਿਸੇ ਵੀ ਕਾਰ ਰੈਂਟਲ ਏਜੰਸੀ ਆ ਤੁਸੀਂ ਉਹਨੂੰ ਦੇ ਹੀ ਨਹੀਂ ਸਕਦੇ, ਵੀ ਦੇ ਨਹੀਂ ਰਹੇ, ਉਹਨੂੰ ਮਨਾ ਕਰ ਰਹੇ ਹੋ ਇਸ ਗੱਲ ਦੇ ਉੱਤੋਂ। ਹੁਣ ਇਸ ਗੱਲ ਦੇ ਉੱਤੇ ਮਾਮਲਾ ਕਾਫੀ ਜਿਹੜਾ ਭਖਿਆ ਆ ਕਿ ਕੌਣ ਆ ਜਿਹੜਾ ਇਸ ਤਰੀਕੇ ਦੇ ਨਾਲ ਇਹਨੂੰ ਰੋਕ ਸਕਦਾ, ਜਾਂ ਕੀ ਇਹ ਕਾਰ ਰੈਂਟਲ ਜਿਹੜੀ ਏਜੰਸੀ ਆ ਇਹ ਠੀਕ ਕਰ ਰਹੀ ਆ, ਜਾਂ ਜਿਹੜੀਆਂ ਦੂਜੀਆਂ ਕਾਰ ਰੈਂਟਲ ਏਜੰਸੀਜ਼ ਨੇ ਜਿਹੜੀਆਂ ਉਹਨਾਂ ਨੂੰ ਦੇ ਰਹੀਆਂ ਆ ਉਹ ਕਿਉਂ ਦੇ ਰਹੀਆਂ, ਤੇ ਤੁਸੀਂ ਕਿਸੇ ਵਿਅਕਤੀ ਨੂੰ ਉਹਦੀ ਉਮਰ ਦੇ ਕਰਕੇ ਉਹਦੇ ਨਾਲ ਵਿਤਕਰਾ ਕਿੱਦਾਂ ਕਰ ਸਕਦੇ ਆ ਜਦੋਂ ਕਿ ਉਹਦੇ ਕੋਲ ਲਾਇਸੈਂਸ ਹੈਗਾ ਆ ਤੇ ਸਾਰਾ ਕੁਝ ਉਹਦੇ ਕੋਲ ਹੈਗਾ। ਕੁਬੈਕ ਦੇ ਵਿੱਚ ਥੋੜ੍ਹੇ ਜਿਹੇ ਜਿਹੜੇ ਲਾ ਵੱਖਰੇ ਹੈਗੇ ਆ, ਪਰ ਇੱਥੇ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਕਦੇ ਵੀ ਦੇਖਣ ਨੂੰ ਨਹੀਂ ਮਿਲੀ। ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਬਜਟ ਹਰਟਸ ਐਂਟਰਪ੍ਰਾਈਜ਼ ਕੰਪਨੀਆਂ ਹੈਗੀਆਂ ਜਿਹੜੀਆਂ ਕਾਰ ਰੈਂਟ ਕਰਦੀਆਂ ਆ, ਪਰ ਹੁਣ ਇਸ ਮਾਮਲੇ ਦੇ ਵਿੱਚ ਹਿਊਮਨ ਰਾਈਟਸ ਦਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਆ ਕਿ ਇਹਨੂੰ ਕੀ ਇਹਦੇ 'ਚ ਕਾਰਵਾਈ ਕੀਤੀ ਜਾਂਦੀ ਹੈ ਤੇ ਕੀ ਅੱਗੇ ਤੋਂ ਨਿਯਮ ਬਦਲਦੇ ਆ। ਉਹ ਔਰਤ ਜਿਹਨੂੰ ਮਨਾ ਕੀਤਾ ਗਿਆ ਉਹ ਇਸ ਗੱਲ ਤੋਂ ਕਾਫੀ ਪਰੇਸ਼ਾਨ ਆ, ਇਸ ਗੱਲ ਤੋਂ ਕਾਫੀ ਅਪਸੈਟ ਆ। ਅਗਲੇ ਸੀਜ਼ਨ ਦੇ ਵਿੱਚ ਹੁਣ ਕੰਮ ਦਾ ਸੀਜ਼ਨ ਆ ਤੇ ਟੈਂਪਰੇਰੀ ਵਰਕਰਸ ਦੀ ਕਾਫੀ ਲੋੜ ਰਹਿੰਦੀ ਆ। ਆਉਣ ਵਾਲਾ ਹੌਲੀਡੇ ਸੀਜ਼ਨ ਦੇ ਵਿੱਚ ਸਾਰੇ ਜਿਹੜੇ ਹੈਗੀਆਂ ਚੀਜ਼ਾਂ ਦੀ ਉੱਤੇ ਜਿਹੜੇ ਸਟੋਰਾਂ ਦੇ ਉੱਤੇ ਲੋੜ ਹੁੰਦੀ ਹੈ। ਜੌਬ ਪੋਸਟਿੰਗ ਬਹੁਤ ਸਾਰੀਆਂ ਹੁੰਦੀਆਂ ਆ ਤੇ ਹੁਣ ਉਹਨਾਂ ਜੌਬ ਪੋਸਟਿੰਗ ਦੇ ਵਿੱਚ ਵਾਧਾ ਹੋ ਰਿਹਾ ਪ੍ਰੀ ਪੈਂਡੈਮਿਕ ਦੇ ਹਿਸਾਬ ਦੇ ਨਾਲ। ਜਿੰਨਾ ਪਹਿਲਾਂ ਹੁੰਦੀਆਂ ਸੀ ਉਹ ਤੋਂ ਵੀ ਜ਼ਿਆਦਾ। ਪਹਿਲਾਂ ਇਸੇ ਤਰ੍ਹਾਂ ਹੁੰਦਾ ਸੀ ਇਹਨਾਂ ਦਿਨਾਂ ਦੇ ਵਿੱਚ, ਦਸੰਬਰ ਦੇ ਨੇੜੇ ਆ ਕੇ ਜਦੋਂ ਫੈਸਟੀਵਲ ਸੀਜ਼ਨ ਹੁੰਦਾ, ਨੌਕਰੀਆਂ ਦੇ ਜ਼ਿਆਦਾ ਹੋ ਜਾਂਦੀਆਂ, ਹਾਇਰਿੰਗ ਵੱਧ ਜਾਂਦੀ ਆ, ਬਹੁਤ ਸਾਰੇ ਲੋਕ ਟੈਂਪਰੇਰੀ ਜੌਬਸ ਕਰਦੇ ਆ। ਇਹ ਜਦੋਂ ਆ ਕਰੋਨਾ ਹੋਇਆ ਸੀ ਪੈਂਡੈਮਿਕ ਦੇ ਵਿੱਚ ਇਹ ਚੀਜ਼ਾਂ ਘਟ ਗਈਆਂ ਸੀ, ਉਹਨੇ ਬੰਦੇ ਨਹੀਂ ਚਾਹੀਦੇ ਸੀ ਕਿਉਂਕਿ ਸਟੋਰ ਹੀ ਬੰਦ ਸੀਗੇ। ਪਰ ਹੁਣ ਕਰੋਨਾ ਤੋਂ ਬਾਅਦ ਆ ਕ੍ਰਿਸਮਸ ਦੇ ਉੱਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਹੋ ਗਿਆ। ਮਤਲਬ ਕਰੋਨਾ ਵਾਲੇ ਸਮੇਂ ਨੂੰ ਤਾਂ ਜ਼ਿਆਦਾ ਲੋਕਾਂ ਦੀ ਮੰਗ ਹੈਗੀ ਆ, ਜਿਹੜੀਆਂ ਜੌਬ ਪੋਸਟਿੰਗਸ ਹੈਗੀਆਂ ਜਿਹੜੀਆਂ ਕਰੋਨਾ ਦੇ ਪੀਰੀਅਡ ਤੋਂ ਪਹਿਲਾਂ ਪ੍ਰੀ ਪੈਂਡੈਮਿਕ ਸੀ ਉਹਦੇ ਤੋਂ ਵੀ ਜ਼ਿਆਦਾ ਨੰਬਰ ਇਸ ਵੇਲੇ ਸਾਹਮਣੇ ਆ ਰਿਹਾ। ਸੀਜ਼ਨਲ ਪੋਸਟਿੰਗ ਜਿਹੜੀਆਂ ਵਿੰਟਰ ਦੇ ਵਿੱਚ ਅਪ ਹੋ ਜਾਂਦੀਆਂ, ਔਰ ਦੱਸਦੇ ਆ ਕਿ 28% ਅਪ ਆ ਇਸ ਵੇਲੇ ਜੇਕਰ ਇਹਨੂੰ ਦੇਖਿਆ ਜਾਵੇ ਜਿਹੜਾ ਲਾਸਟ ਈਅਰ ਨਾਲੋਂ, ਤੇ 40% ਅਪ ਦੱਸੇ ਜਾ ਰਿਹਾ 2019 ਦੇ ਨਾਲ। ਸੋ ਇਸ ਪ੍ਰਪੋਰਸ਼ਨ ਦੇ ਹਿਸਾਬ ਨਾਲ ਜਿਹੜੇ ਵਰਕਰ ਲੱਭੇ ਜਾ ਰਹੇ ਆ, ਪਰ ਸੀਜ਼ਨਲ ਵਰਕਰ ਨਹੀਂ ਲੱਭ ਰਹੇ। ਜਿਹੜੇ ਜੌਬ ਸੀਕਰ ਨੇ ਉਹ ਸੀਜ਼ਨਲ ਵਰਕ ਦੇ ਲਈ 25% ਜ਼ਿਆਦਾ ਪਿਛਲੇ ਸਾਲ ਦੇ ਨਾਲੋਂ ਨੇ, ਪਰ ਜਿਹੜਾ ਇਹ ਸਾਰੇ ਕੁਝ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਲੋਕਾਂ ਨੂੰ ਇਹ ਵਰਕਰ ਨਹੀਂ ਮਿਲੇ। ਵਰਕਰ ਦੀ ਕਮੀ ਆਪਾਂ ਬਹੁਤ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਇਹਨਾਂ ਥਾਵਾਂ ਦੇ ਉੱਤੇ ਹੈਗੀ ਆ, ਪਰ ਉਹ ਕਮੀ ਨੂੰ ਹੁਣ ਪੂਰਾ ਕਿੱਦਾਂ ਕੀਤਾ ਜਾਣਾ, ਤੇ ਖਾਸ ਕਰਕੇ ਆਹ ਸੀਜ਼ਨਲ ਵਰਕਰ ਦੇ ਵਿੱਚ, ਜਦੋਂ ਸੀਜ਼ਨਲ ਕੰਮ ਦੇ ਵਿੱਚ ਜਦੋਂ ਕਿ ਹੌਲੀਡੇ ਸੀਜ਼ਨ ਆ ਤੇ ਜਿਹੜੇ ਉਹਨਾਂ ਨੂੰ ਚੈਲੰਜ ਹੁੰਦਾ ਬਹੁਤ ਸਾਰੇ EMPLOYERS ਨੂੰ ਇਸ ਵੇਲੇ ਕੰਮ ਦੇ ਲੱਭਣ ਦੇ ਲਈ, ਤੇ ਬਾਕੀ ਲੇਬਰ ਮਾਰਕੀਟ ਦੇ ਵਿੱਚ ਵੀ ਇਹੀ ਕੁਛ ਆ। ਤੇ ਉਹੀ ਕੁਛ ਜਿਹੜਾ ਇਸ ਵੇਲੇ ਆ ਸੀਜ਼ਨਲ ਜਿਹੜਾ ਵਰਕ ਆ ਉਹਦੇ ਵਿੱਚ ਹੋ ਰਿਹਾ। ਇੱਕ ਚੈਲੰਜਿੰਗ ਕੰਮ ਆ, ਮਤਲਬ ਕਿ ਜਿਹੜਾ ਇਹਨਾਂ ਸਾਰੀ ਇਕੋਨਮੀ ਦੇ ਵਿੱਚ ਇਹਨਾਂ ਜਿਹੜਾ ਸੀਜ਼ਨਲ ਹਾਇਰਿੰਗ ਕਰਨੀ, ਤੇ ਉਹ ਪਿਛਲੇ ਸਾਲ ਦੇ ਵਾਂਗੂ ਇਸ ਸਾਲ ਵੀ ਮੁਸ਼ਕਿਲ ਆ। ਕੁਛ ਥਾਵਾਂ ਦੇ ਉੱਤੇ ਲੋਕਾਂ ਨੂੰ ਵੇਜਸ ਐਡਜਸਟ ਕਰਨੇ ਪੈ ਰਹੇ ਆ,
ਲੋਕਾਂ ਨੂੰ ਅਟਰੈਕਟ ਕਰਨ ਦੇ ਲਈ ਕਿ ਅਸੀਂ ਆਹ ਦੇਵਾਂਗੇ ਤੁਹਾਨੂੰ, ਜਾਂ ਤੁਹਾਡੇ ਸਕੈਜੂਅਲ ਦੇ ਵਿੱਚ ਫਲੈਕਸੀਬਿਲਿਟੀ ਦੇ ਦਾਂਗੇ, ਜਾਂ ਤੁਹਾਨੂੰ ਕੁਛ ਹੋਰ ਦੇ ਦਾਂਗੇ। ਉੱਥੇ ਕਿਤੇ ਨਾ ਕਿਤੇ ਕੁਛ ਨਾ ਕੁਛ ਉਹਨਾਂ ਨੂੰ ਥੋੜ੍ਹਾ ਜਿਹਾ ਐਡਜਸਟ ਵੀ ਕਰਨਾ ਪੈ ਰਿਹਾ। ਪਰ ਇਸ ਵੇਲੇ ਮੁਸ਼ਕਲ ਥੋੜ੍ਹੀ ਜਿਹੀ ਲੋਕਾਂ ਦੇ ਲਈ ਬਣੀ ਆ। 2 ਸਾਲਾਂ ਤੋਂ ਬਾਅਦ ਬਹੁਤ ਸਟਰੋਂਗ ਰਿਟਰਨ ਆ ਮਾਰਕੀਟ ਦਾ। ਔਰ ਇਸ ਵਾਰੀ ਜਿਹੜੀ ਕ੍ਰਿਸਮਸ ਆ ਅਤੇ ਇਹਦੇ ਨੇੜੇ ਤੇੜੇ ਜਿੰਨੇ ਜਿਹੜੀਆਂ ਸੀਜ਼ਨਲ ਜੋਬਸ ਹੁੰਦੀਆਂ ਉਹਨਾਂ ਦੇ ਉੱਤੇ ਰਿਟੇਲ ਇੰਡਸਟਰੀ ਦੇ ਵਿੱਚ ਬਹੁਤੀਆਂ ਨੌਕਰੀਆਂ ਇਹ ਹੁੰਦੀਆਂ ਨੇ। ਉੱਥੇ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਚਾਹੀਦੇ ਹੁੰਦੇ ਆ। ਰਿਟੇਲ ਕਾਉਂਸਲ ਆਫ ਕੈਨੇਡਾ ਦੀ ਸਪੋਕਸਪਰਸਨ ਵੀ ਇਹਦੇ ਬਾਰੇ ਦੱਸ ਰਿਹਾ ਕਿ ਜਿਹੜੀ ਲੇਬਰ ਸ਼ਾਰਟੇਜ ਹੈ ਇੱਕ ਲਗਾਤਾਰ ਚੱਲਣ ਵਾਲਾ ਇਸ਼ੂ ਆ। ਬਹੁਤ ਸਾਰੇ ਸ਼ਾਪਿੰਗ ਈਵੈਂਟਸ ਨੇ, ਬਲੈਕ ਫਰਾਈਡੇ, ਫਿਰ ਉਹ ਸਾਈਬਰ ਮੰਡੇ, ਫਿਰ ਬਾਕਸਿੰਗ ਡੇ, ਕ੍ਰਿਸਮਸ ਸ਼ਾਪਿੰਗ, ਨਿਊ ਈਅਰ, ਉਹ ਸਾਰਾ ਕੁਝ ਜਿਹੜਾ ਹੁਣ ਕਿਉਂਕਿ ਇਕੱਠਾ ਆ ਜਾਣਾ ਅਤੇ ਇਹਦੇ ਲਈ ਖਾਸ ਤੌਰ ਦੇ ਉੱਤੇ ਮੰਗ ਵਰਕਰਾਂ ਦੀ ਇਸ ਵੇਲੇ ਵੱਧ ਰਹੀ ਆ ਅਤੇ ਯਤਨ ਕੀਤੇ ਜਾ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਮੰਗ ਨੂੰ ਪੂਰਾ ਕੀਤਾ ਜਾਵੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।